ਚਾਰ ਅਹਿਮ ਡਿਵੈਲਪਮੈਂਟਸ ਨਾਲ ਤੁਹਾਡੇ ਰੂਬਰੂ ਹਾਜ਼ਰ ਹੈ। ਸਭ ਤੋਂ ਪਹਿਲਾਂ ਅਜੀਤ ਪ੍ਰਕਾਸ਼ਨ ਸਮੂਹ ਦੇ ਪ੍ਰਬੰਧਕੀ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ ਵਿਜੀਲੈਂਸ ਨੇ 16 ਤਰੀਕ ਵਾਲੇ ਦਿਨ ਸੱਦਿਆ। ਤੁਹਾਨੂੰ ਯਾਦ ਹੋਣਾ ਕਿ ਪੰਜਾਬ ਦਾ ਸਭ ਤੋਂ ਵਿਵਾਦਿਤ ਮਾਮਲਾ ਬਣ ਗਿਆ ਸੀ ਜਦੋਂ 2 ਤਰੀਕ ਨੂੰ ਸਾਰੀਆਂ ਵਿਰੋਧੀ ਧਿਰਾਂ ਇਕੱਠੀਆਂ ਸੀ ਔਰ ਉਹਨਾਂ ਨੇ ਬਰਜਿੰਦਰ ਸਿੰਘ ਹਮਦਰਦ ਦੇ ਨਾਲ ਖਲੋਣ ਦਾ ਇੱਕ ਮਤਾ ਪਾਸ ਕਰਤਾ ਸੀਗਾ। ਸਿੱਧੂ ਸਾਹਿਬ ਤਾਂ ਇੱਥੋਂ ਤੱਕ ਕਹਿ ਗਏ ਸੀਗੇ ਕਿ ਅਸੀਂ 1 ਲੱਖ ਦਾ ਇਕੱਠ ਕਰ ਦਿਆਂਗੇ। ਹੁਣ 16 ਤਰੀਕ ਆ ਤੈਅ ਹੈ। ਇਸ ਤੋਂ ਪਹਿਲਾਂ ਬਰਜਿੰਦਰ ਸਿੰਘ ਹਮਦਰਦ ਹਾਈ ਕੋਰਟ 'ਚ ਗਏ ਸੀ, ਜਿੱਥੋਂ ਉਹਨਾਂ ਨੇ ਰਾਹਤ ਮਿਲਣ ਦਾ ਦਾਅਵਾ ਕੀਤਾ ਸੀ। ਉਹਨਾਂ ਦੀ ਆਪਣੀ ਅਖਬਾਰ ਦੇ ਵਿੱਚ ਜ਼ਿਕਰ ਹੋਇਆ ਸੀ। ਸਾਡੇ ਕੋਲ ਜੱਜਮੈਂਟ ਦੀ ਕਾਪੀ ਹੈ। ਭਾਸਕਰ ਸਾਹਿਬ ਤੋਂ ਸਮਝਣ ਦਾ ਯਤਨ ਕਰਦੇ ਹਾਂ ਕਿ ਕੀ ਵਿਜੀਲੈਂਸ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਅੱਗੇ ਵਧ ਰਹੀ ਹੈ, ਤੇ ਜੇ ਹਦਾਇਤਾਂ ਅਨੁਸਾਰ ਅੱਗੇ ਵਧ ਰਹੀ ਹੈ ਤਾਂ ਬਰਜਿੰਦਰ ਸਿੰਘ ਹਮਦਰਦ ਨੂੰ ਰਾਹਤ ਕੀ ਹੈ, ਇਹ ਸਵਾਲ ਆ। ਔਰ ਇਸ ਮਾਮਲੇ ਵਿੱਚ ਕੀ ਪਿਆ ਜਿਹਦੇ ਕਰਕੇ ਅਗਲੇ ਦਿਨ ਅਹਿਮ ਹੋ ਸਕਦੇ ਆ। ਦੂਜਾ ਮਾਮਲਾ ਵੀ ਬਹੁਤ ਅਹਿਮ ਆ। ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਗਿਆ ਔਰ ਉਹ ਸੈਸ਼ਨ ਦੇ ਵਿੱਚ ਕੀ ਕੋਈ ਧਮਾਕਾ ਖੇਜ ਵੀ ਹੋ ਸਕਦਾ ਹੈ? ਕੀ ਵਿਰੋਧੀ ਧਿਰ ਦੇ ਆਗੂ ਦੇ ਖਿਲਾਫ ਮਤਾ ਲਿਆਉਣ ਦੀ ਤਿਆਰੀ ਹੈ? ਜਦੋਂ ਦਿੱਲੀ ਦੇ ਵਿੱਚ ਪਾਵਰ ਸਟਰਗਲ ਜ਼ੋਰ ਤੇ ਚੱਲ ਰਹੀ ਹੈ ਔਰ ਕੇਂਦਰ ਨਾਲ ਫੈਡਰਲ ਢਾਂਚੇ ਨੂੰ ਲੈ ਕੇ ਰੌਲਾ ਹੈ, ਤਾਂ ਕੀ ਪੰਜਾਬ ਦੇ ਵਿੱਚ ਗਵਰਨਰ ਤੇ ਮੁੱਖ ਮੰਤਰੀ ਦੀਆਂ ਤਾਕਤਾਂ ਦਰਮਿਆਨ ਅਸਾਵੇਂਪਣ ਦਾ ਜ਼ਿਕਰ ਵੀ ਹੋਊਗਾ? ਕੀ ਕੋਈ ਇਸ ਤਰ੍ਹਾਂ ਦੀ ਲਾਈਨ ਜਾਂ ਮਤਾ ਵੀ ਆ ਸਕਦਾ ਕੇਂਦਰੀਕਰਨ ਦੇ ਖਿਲਾਫ? ਇਹ ਮੈਂ ਜਸਟ ਇੱਕ ਸਵਾਲ ਉਠਾ ਰਿਹਾ। ਤੀਜਾ ਮਾਮਲਾ, ਅੱਜ ਇੱਕ ਸਟੋਰੀ ਮੈਂ ਦੇਖ ਰਿਹਾ ਸੀਗਾ ਜਿਹਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਪੰਜਾਬ ਦੇ ਮੌਜੂਦਾ ਕਾਰਜਕਾਰੀ ਡੀਜੀਪੀ ਦਾ ਕਾਰਜਕਾਲ, ਉਹਨਾਂ ਨੂੰ ਪੱਕੇ ਤੌਰ ਤੇ ਡੀਜੀਪੀ ਲਾਉਣ ਲਈ ਕੀ ਪੰਜਾਬ ਪੁਲਿਸ ਐਕਟ ਵਿੱਚ ਤਰਮੀਮ ਕੀਤੀ ਜਾ ਸਕਦੀ ਹੈ, ਸੋਧ ਕੀਤੀ ਜਾ ਸਕਦੀ ਹੈ? ਇਸ ਸਵਾਲ ਨੂੰ ਵੀ ਡਿਸਕਸ ਕਰਦੇ ਹਾਂ ਕਿ ਕੀ ਮੌਜੂਦਾ ਡੀਜੀਪੀ ਜਿਹੜੇ ਕਿ ਉੱਪਰਲੀ ਔਰ ਥੱਲੇ ਦੀ ਸੱਤਾ ਦੋਨਾਂ ਨਾਲ ਬੈਲੈਂਸ ਬਣਾ ਕੇ ਚੱਲ ਰਹੇ ਆ, ਉਹਨਾਂ ਨੂੰ ਪੱਕੇ ਤੌਰ ਤੇ ਡੀਜੀਪੀ ਲਾਤਾ ਜਾਊਗਾ। ਤੇ ਆਖਰੀ ਖਬਰ ਜਿਹੜੀ ਅਹਿਮ ਖਬਰ ਹੈ ਔਰ ਮੇਰੇ ਖਿਆਲ ਪ੍ਰੀਖਿਆ ਅਰਵਿੰਦ ਕੇਜਰੀਵਾਲ ਦੇ ਸਿਆਸੀ ਜੀਵਨ 'ਚ ਪਹਿਲੀ ਪ੍ਰੀਖਿਆ ਰਾਮਲੀਲਾ ਮੈਦਾਨ ਦੇ ਵਿੱਚੋਂ ਨਿਕਲੀ ਇਹ ਪਾਰਟੀ ਅੰਨਾ ਮੂਵਮੈਂਟ ਦੇ ਵਿੱਚੋਂ ਅੱਜ ਇੱਕ ਵਾਰੀ ਫਿਰ ਆਪਣੀ ਸਟਰੈਂਥ ਸ਼ੋਅ ਕਰੇਗੀ। ਅਰਵਿੰਦ ਕੇਜਰੀਵਾਲ 1 ਲੱਖ ਦਾ ਦਾਅਵਾ ਕਰ ਰਿਹਾ ਕਿ ਅਸੀਂ ਕੇਂਦਰ ਦੇ ਉਸ ਆਰਡੀਨੈਂਸ ਦੇ ਖਿਲਾਫ ਜਨ ਰਾਏ ਬਣਾਉਣ ਲਈ ਇਹ ਵੱਡੀ ਮਹਾ ਰੈਲੀ ਕਰ ਰਹੇ ਹਾਂ। ਦੋ ਪਹਿਲੂ ਨੇ ਕਿ ਇਹਦੇ ਵਿੱਚ ਦੇਸ਼ ਭਰ ਤੋਂ ਕਿੰਨੇ ਲੋਕ ਦੂਜੀਆਂ ਪਾਰਟੀਆਂ ਦੇ ਸ਼ਾਮਲ ਹੁੰਦੇ ਆ। ਅਰਵਿੰਦ ਕੇਜਰੀਵਾਲ ਨੇ ਸਮਰਥਨ ਜਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਸੀ, ਤੇ ਦੂਜਾ ਕਿ ਉਹ ਇਕੱਠ 1 ਲੱਖ ਜਾਂ ਇਸ ਤੋਂ ਜ਼ਿਆਦਾ ਕਰ ਸਕਦੇ ਆ। ਅਮੂਮਨ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਕੋਈ ਇਕੱਠ ਕਰਨਾ ਹੁੰਦਾ ਆਪਣੇ ਐਮਐਲਏਜ਼ ਨੂੰ ਕਿਹਾ ਜਾਂਦਾ ਹੈ ਉਸ ਇਕੱਠ ਦੇ ਹਿਸਾਬ ਨਾਲ ਕਿ ਮੰਨ ਲਓ ਤੂੰ 3000 ਬੰਦਾ ਲੈ ਕੇ ਆਉਣਾ, ਤੂੰ 5000 ਲੈ ਕੇ ਆਉਣਾ, ਫਿਰ ਦਾਅਵਾ ਕੀਤਾ ਜਾਂਦਾ ਹੈ ਐਮਐਲਏਜ਼ ਦੀ ਗਿਣਤੀ ਦੇ ਹਿਸਾਬ ਨਾਲ। ਪਰ ਸਾਡੇ ਲਈ ਇਸ ਤੋਂ ਵੱਡਾ ਸਵਾਲ ਇਹ ਆ, ਅੱਜ ਕੇਜਰੀਵਾਲ ਸਾਹਿਬ ਦੇ ਨਾਲ ਆਪ ਮੁਹਾਰੇ ਆਉਣ ਵਾਲੇ ਲੋਕ ਕਿੰਨੇ ਹੋਣਗੇ? ਕੇਜਰੀਵਾਲ ਉਸ ਵੇਲੇ ਕੋਈ ਸੰਗਠਨ ਨਹੀਂ ਸੀ ਰੱਖਦੇ ਜਦੋਂ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਜੁਟੇ ਸੀ ਉਹਨਾਂ ਨਾਲ, ਜਿੱਥੋਂ ਉਹਨਾਂ ਨੂੰ ਪਾਰਟੀ ਬਣਾਉਣ ਦੀ ਸਮਰੱਥਾ ਮਿਲੀ ਸੀਗੀ, ਜਿੱਥੋਂ ਉਹਨਾਂ ਨੂੰ ਤਾਕਤ ਮਿਲੀ ਸੀ। ਅੱਜ ਕੀ ਲੋਕ ਆਪਣੇ ਆਪ ਆਉਣਗੇ ਜਾਂ ਐਮਐਲਏ ਲੈ ਕੇ ਆਉਣਗੇ? ਜੇ ਐਮਐਲਏ ਲੈ ਕੇ ਆਉਂਦੇ ਆ ਤਾਂ ਕਿੰਨਾ ਇਕੱਠ ਹੁੰਦਾ, ਤੇ ਜੇ ਉਹ 1 ਲੱਖ ਦਾ ਦਾਅਵਾ ਕਰ ਰਹੇ ਆ ਤਾਂ ਕੀ ਹੱਦਾਂ ਤੋੜ ਇਕੱਠ ਆਪ ਮੁਹਾਰੇ ਵੀ ਹੋ ਸਕਦਾ? ਇਹ 4 ਖਬਰਾਂ ਤੇ ਚੱਲੇ ਆ। ਸਭ ਤੋਂ ਪਹਿਲਾਂ ਭਾਸਕਰ ਸਾਹਿਬ, ਕਿਉਂਕਿ ਤੁਹਾਡੇ ਜਲੰਧਰ ਦੀ ਇਹ ਘਟਨਾਕ੍ਰਮ ਹੈ, ਇਹ ਜਲੰਧਰ ਦੇ ਵਿੱਚ ਹੀ ਸਭ ਵਾਪਰ ਰਿਹਾ। ਬਰਜਿੰਦਰ ਸਿੰਘ ਹਮਦਰਦ ਪੰਜਾਬ ਦੇ ਸੱਤਾਧਾਰੀ ਗਲਿਆਰਿਆਂ ਦੇ ਵਿੱਚ ਇੱਕ ਵੱਡਾ ਨਾਂ ਹੈ। ਕੋਈ ਉਹਨਾਂ ਦੀ ਗੱਲ ਕਦੇ ਟਾਲਦਾ ਨਹੀਂ ਰਿਹਾ। ਸੱਤਾ ਨੂੰ ਚਲਾਉਣ ਦਾ ਉਹ ਹੁਨਰ ਜਾਣਦੇ ਨੇ ਔਰ ਜਿਵੇਂ ਵਿਰੋਧੀ ਪਾਰਟੀਆਂ ਉਹਨਾਂ ਦੇ ਹੱਕ 'ਚ ਖੜੀਆਂ ਹੋਈਆਂ, ਉਹਨਾਂ ਨੇ ਦਿਖਾਤਾ ਕਿ ਅਜੇ ਮੇਰਾ ਜਲਵਾ ਕੁਝ ਘਟਿਆ ਨਹੀਂ। ਹੁਣ ਮੈਨੂੰ ਸਿਰਫ ਇਹ ਦੱਸੋ ਕਿ ਵਿਜੀਲੈਂਸ ਨੇ ਜਦੋਂ ਪਹਿਲੀ ਵਾਰੀ ਸੱਦਿਆ ਸੀ ਤਾਂ ਉਹਨਾਂ ਨੇ 10 ਦਿਨ ਦਾ ਸਮਾਂ ਮੰਗ ਲਿਆ ਸੀ, ਮਨਾ ਕਰਤਾ ਸੀ ਔਰ ਹਾਈ ਕੋਰਟ ਚਲੇ ਗਈ ਸੀ ਤੇ ਰਾਤ ਉਹਨਾਂ ਨੂੰ ਮਿਲ ਗਈ ਸੀਗੀ, ਇਹ ਪ੍ਰਚਾਰਿਆ ਗਿਆ। ਵਿਜੀਲੈਂਸ ਨੇ ਫਿਰ ਕੁਝ ਦਿਨਾਂ ਬਾਅਦ ਉਹਨਾਂ ਨੂੰ ਸੱਦ ਲਿਆ। ਉਹੀ ਤਰੀਕਾਕਾਰ ਹੈ ਵੀ ਤੁਸੀਂ ਸਾਡੇ ਜਲੰਧਰ ਦਫ਼ਤਰ ਦੇ ਵਿੱਚ ਆਓ। ਅੱਜ ਲੋਕ ਸਮਝਣਾ ਚਾਹੁੰਦੇ ਆ ਕਿ ਕੀ ਪਹਿਲੀ ਔਰ ਅੱਜ ਦੀ ਸਥਿਤੀ ਦੇ ਵਿੱਚ ਕੋਈ ਅੰਤਰ ਹੈ? ਜਦੋਂ ਵਿਜੀਲੈਂਸ ਦੁਬਾਰਾ ਉਸੇ ਤਰੀਕੇ ਨਾਲ ਅੱਗੇ ਵਧ ਰਹੀ ਹੈ ਤਾਂ ਫਿਰ ਅਸੀਂ ਇਹਨੂੰ ਕਿਵੇਂ ਦੇਖ ਰਹੀਏ? ਜਿੱਥੇ ਤੱਕ ਗੱਲ ਕਰੀਏ, ਪੂਰੇ ਕੇਸ ਵੀ ਬੜਾ ਧਿਆਨ ਨਾਲ ਦੇਖਣ ਦੀ ਲੋੜ ਹੈਗੀ ਹੈ। ਬਰਜਿੰਦਰ ਸਿੰਘ ਹਮਦਰਦ ਉਹਨਾਂ ਦੇ ਨਾਲ ਸਰਕਾਰ ਦਾ, ਖਾਸ ਕਰਕੇ ਮੁੱਖ ਮੰਤਰੀ ਦਾ ਕੋਈ ਰਿਲੇਸ਼ਨਸ਼ਿਪ ਬਹੁਤ ਵਧੀਆ ਨਹੀਂ ਸੀ ਜਦੋਂ ਤੋਂ ਮੁੱਖ ਮੰਤਰੀ ਬਣੇ ਨੇ। ਔਰ ਪਿਛਲੇ ਦਿਨਾਂ ਦੇ ਵਿੱਚ ਮਈ 29 ਦੇ ਸੰਬੰਧ ਤੋਂ ਪਹਿਲੇ ਬਰਜਿੰਦਰ ਸਿੰਘ ਹਮਦਰਦ ਗਵਰਨਰ ਸਾਹਿਬ ਨੂੰ ਚਿੱਠੀ ਲਿਖਦੇ ਨੇ ਔਰ ਉਸ ਚਿੱਠੀ ਦੇ ਵਿੱਚ ਆਪਣੀ ਅਖਬਾਰ ਨੂੰ ਬੰਦ ਕੀਤੇ ਇਸ਼ਤਿਹਾਰਾਂ ਦਾ ਜ਼ਿਕਰ ਕਰਦੇ ਕਰਦੇ ਉਹ ਇਹ ਵੀ ਗੱਲ ਕਹਿੰਦੇ ਨੇ ਕਿ ਉਹਨਾਂ ਦੇ ਪੁਲਿਸ ਵਾਲੇ ਦੋਸਤਾਂ ਨੇ ਦੱਸਿਆ ਕਿ ਉਹਨਾਂ ਨੂੰ ਆਉਣ ਵਾਲੇ ਟਾਈਮ ਵਿੱਚ ਝੂਠੇ ਕੇਸ ਦੇ ਵਿੱਚ ਫਸਾਇਆ ਜਾ ਸਕਦਾ ਹੈ। ਹਜੇ ਇਹ ਚਿੱਠੀ ਪਹੁੰਚੀ ਸੀ, ਗਵਰਨਰ ਸਾਹਿਬ ਦਾ ਰਿਐਕਸ਼ਨ ਆਣਾ ਸੀਗਾ। ਮਈ 29 ਨੂੰ ਉਹਨਾਂ ਨੂੰ ਸੰਮਨ ਹੋ ਗਏ। 29 ਮਈ ਨੂੰ ਉਹ ਪਹੁੰਚੇ ਨਹੀਂ ਵਿਜੀਲੈਂਸ ਦੇ ਦਫ਼ਤਰ, ਬਲਕਿ ਉਹਨਾਂ ਨੇ 10 ਦਿਨ ਦਾ ਸਮਾਂ ਮੰਗ ਲਿਆ
ਔਰ ਨਾਲ ਦੇ ਨਾਲ ਹੀ ਪਟੀਸ਼ਨ ਹਾਈ ਕੋਰਟ ਦੇ ਵਿੱਚ ਪਾਤੀ। ਉਸ ਪਟੀਸ਼ਨ ਦੇ ਉੱਤੇ ਆਰਡਰ ਵੀ ਜੂਨ 1 ਨੂੰ ਆ ਗਿਆ। ਜੂਨ 1 ਦੇ ਆਰਡਰ ਦੇ ਵਿੱਚ ਹਾਈ ਕੋਰਟ ਨੇ ਕਿਸ ਤਰੀਕੇ ਦੀ ਰਾਹਤ ਦਿੱਤੀ ਸੀ। ਹਾਲਾਂਕਿ ਮੰਗ ਸੀਗੀ ਬਰਜਿੰਦਰ ਸਿੰਘ ਹਮਦਰਦ ਉਹਨਾਂ ਦੀ ਕਿ ਸਾਰੀ ਇਨਵੈਸਟੀਗੇਸ਼ਨ ਸੀਬੀਆਈ ਨੂੰ ਹੈਂਡਓਵਰ ਕਰ ਦਿੱਤੀ ਜਾਏ, ਔਰ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਬਾਈ ਨੇਮ ਉਹਨਾਂ ਨੇ ਆਪਣੀ ਪਟੀਸ਼ਨ ਦੇ ਵਿੱਚ ਧਿਰ ਬਣਾਉਣ ਦੀ ਗੱਲ ਕੀਤੀ ਸੀ ਕਿ ਉਹਨਾਂ ਦੇ ਖਿਲਾਫ ਬਾਈ ਨੇਮ ਉਹਨਾਂ ਨੂੰ ਸਮਨ ਜਾਣ। ਲੇਕਿਨ ਹਾਈ ਕੋਰਟ ਨੇ ਕੀ ਕਿਹਾ ਉਸ ਦਿਨ, ਜਿਸ ਦਿਨ ਜੂਨ 1 ਦਾ ਉਹਨਾਂ ਨੇ ਆਰਡਰ ਸੁਣਾਇਆ, ਜੱਜ ਸਾਹਿਬ ਸੀਗੇ ਵਿਨੋਦ ਐਸ ਭਾਰਦਵਾਜ। ਉਹਨਾਂ ਨੇ ਇੱਕ ਤਰੀਕੇ ਨਾਲ ਰਾਹਤ ਦਿੱਤੀ। ਪਹਿਲਾ ਕਿ ਬਰਜਿੰਦਰ ਸਿੰਘ ਹਮਦਰਦ ਉਹਨਾਂ ਨੂੰ ਬੁਲਾਉਣ ਤੋਂ ਪਹਿਲੇ ਉਹਨਾਂ ਨੂੰ ਇੱਕ ਕੁਐਸਚਨੇਅਰ ਭੇਜਿਆ ਜਾਏ, ਔਰ ਉਸ ਕੁਐਸਚਨੇਅਰ ਦਾ ਜਵਾਬ ਦੇਣ ਵਾਸਤੇ 2 ਹਫ਼ਤੇ ਦਾ ਟਾਈਮ ਹਮਦਰਦ ਸਾਹਿਬ ਨੂੰ ਦਿੱਤਾ ਜਾਏ, ਔਰ ਉਸ ਜਵਾਬ ਆਉਣ ਤੋਂ ਬਾਅਦ ਜਿਹੜੀ ਰਾਹਤ ਨੰਬਰ 2 ਜਿਹਨੂੰ ਕਹਿੰਦੇ ਆ ਉਹਦੇ ਬਾਰੇ ਚ ਕਿਹਾ ਕਿ ਵੀ ਕਿਸੇ ਵੀ ਤਰੀਕੇ ਦਾ ਕੜਾ ਐਕਸ਼ਨ ਤੁਸੀਂ ਬਰਜਿੰਦਰ ਸਿੰਘ ਹਮਦਰਦ ਉਹਨਾਂ ਦੇ ਖਿਲਾਫ ਨਹੀਂ ਲੈਣਾ, ਪਰ ਨਾਲ ਦੇ ਨਾਲ ਇਹ ਵੀ ਕਿਹਾ ਕਿ ਕੁਐਸਚਨੇਅਰ ਦਾ ਜਵਾਬ ਤੇ ਉਹਨਾਂ ਨੂੰ ਦੇਣਾ ਹੀ ਪਏਗਾ। ਔਰ ਦੂਸਰੀ ਗੱਲ ਹੈਗੀ ਹੈ ਕਿ ਉਹਨਾਂ ਨੂੰ ਅਗਰ ਵਿਜੀਲੈਂਸ ਬਿਊਰੋ ਸੰਮਨ ਕਰਦਾ ਹੈ ਤੇ ਇਹ ਕੋਈ ਕੜਾ ਐਕਸ਼ਨ ਨਹੀਂ ਮੰਨਿਆ ਜਾਏਗਾ। ਯਾਨੀ ਇੱਕ ਤੇ ਉਹਨਾਂ ਨੂੰ ਸੰਮਨ ਵਾਸਤੇ ਕੁਐਸਚਨੇਅਰ ਭੇਜਣਾ, 2 ਹਫ਼ਤੇ ਦਾ ਟਾਈਮ ਦੇਣਾ, ਔਰ ਅਗਰ ਸੰਮਨ ਕਰੇਗੀ ਵਿਜੀਲੈਂਸ ਤੇ ਉਹਦੀ ਇਜਾਜ਼ਤ ਹਾਈ ਕੋਰਟ ਨੇ ਵੀ ਦਿੱਤੀ ਹੈ। ਤੀਜੀ ਇੱਕ ਰਾਹਤ ਜਿਹਨੂੰ ਆਪਾਂ ਕਹਿੰਦੇ ਆ ਕਿ ਵੀ ਪਟੀਸ਼ਨਰ ਨੂੰ ਕੋਈ ਵੀ ਰਾਹਤ ਨਹੀਂ, ਪਟੀਸ਼ਨਰ ਯਾਨੀ ਬਰਜਿੰਦਰ ਸਿੰਘ ਹਮਦਰਦ ਨੂੰ ਕੋਆਪਰੇਟ ਕਰਨਾ ਚਾਹੀਦਾ ਹੈ ਵਿਜੀਲੈਂਸ ਦੀ ਉਸ ਇਨਵੈਸਟੀਗੇਸ਼ਨ ਦੇ ਵਿੱਚ, ਔਰ ਜੋ ਸਵਾਲ ਵਿਜੀਲੈਂਸ ਬਿਊਰੋ ਪੁੱਛੇਗਾ ਉਹਦੇ ਸੈਟੀਸਫੈਕਟਰੀ ਜਵਾਬ ਔਰ ਉਹਦੇ ਸੰਬੰਧਿਤ ਕਾਗਜ਼ਾਤ ਉਹ ਸਾਰੇ ਦੇਣੇ ਚਾਹੀਦੇ ਆ ਜੀ। ਇਹਦੇ ਚ ਇੱਕ ਚੀਜ਼ ਤੁਸੀਂ ਬੜੀ ਅਹਿਮ ਕਹੀ ਜਿਹੜੀ ਮੈਂ ਥੋੜੀ ਕਲੀਅਰ ਕਰ ਲਾਂ। ਇੱਕ ਤਾਂ ਤੁਸੀਂ ਇਹਦੇ ਚ ਗੱਲ ਕਹੀ ਕਿ 1 ਤਰੀਕ ਨੂੰ ਇਹ ਜੱਜਮੈਂਟ ਆਉਂਦੀ ਹੈ, ਇਹ ਇੱਕ ਅੰਤਰਿਮ ਰਾਹਤ ਮੰਨੀ ਗਈ ਸੀਗੀ, ਅੰਤਰਿਮ ਆਰਡਰ ਹੈ। ਉਹਦੇ ਵਿੱਚ ਇਹ ਕਿਹਾ ਗਿਆ ਕਿ ਇਹਨਾਂ ਨੂੰ ਕੁਐਸਚਨੇਅਰ ਭੇਜਿਆ ਜਾਵੇ ਜਿਹਦਾ ਇਹ ਜਵਾਬ 15 ਦਿਨਾਂ ਚ ਦੇਣਗੇ। ਇਹਦਾ ਮਤਲਬ ਤਾਂ ਇਹ ਹੋਇਆ ਕਿ 2 ਤਰੀਕ ਨੂੰ ਵਿਜੀਲੈਂਸ ਨੇ ਉਹਨਾਂ ਨੂੰ ਕੁਐਸਚਨੇਅਰ ਭੇਜਤਾ ਹੋਊਗਾ, ਤਾਂ ਕਰਕੇ ਉਹਨਾਂ ਨੂੰ 16 ਤਰੀਕ ਨੂੰ ਸੰਮਨ ਕੀਤਾ ਗਿਆ, ਪੂਰੇ ਠੀਕ 15 ਦਿਨ ਬਾਅਦ। ਮਤਲਬ ਕੋਈ ਟਾਈਮ ਵੇਸਟ ਨਹੀਂ ਕੀਤਾ ਜਾ ਰਿਹਾ। ਇਹਦਾ ਮਤਲਬ ਇਹ ਮਾਮਲਾ ਜਿਹੜਾ ਸੈਂਟਰ ਸਟੇਜ ਵਿੱਚ ਅਜੇ ਵੀ ਹੈ। ਜਿੱਦਾਂ ਵਿਰੋਧੀ ਧਿਰਾਂ ਨੇ 2 ਤਰੀਕ ਨੂੰ ਅਸੀਂ ਅੱਗੇ ਜਾ ਕੇ ਗੱਲ ਕਰਦੇ ਹਾਂ, ਮੈਂ ਜੱਜਮੈਂਟ ਦੇ ਨਜ਼ਰੀਏ ਤੋਂ ਤੁਹਾਡੇ ਤੋਂ ਜਾਣਨਾ ਚਾਹੁੰਦਾ। ਇਹਦਾ ਮਤਲਬ ਤਾਂ ਇਹੀ ਲੱਗ ਰਿਹਾ ਨਾ ਕਿ ਜੇ 2 ਤਰੀਕ ਦੇ ਦਿਨ ਉਹ ਸਵਾਲਾਂ ਦਾ ਇੱਕ ਪਲੰਦਾ ਭੇਜਿਆ ਗਿਆ ਹੋਊਗਾ ਤੇ 15 ਦਿਨ ਪੂਰੇ ਹੁੰਦਿਆਂ ਹੀ ਉਹ 16 ਤਰੀਕ ਵਾਲੇ ਦਿਨ ਤਲਬ ਕਰ ਲਏ ਗਏ, ਤਾਂ ਮਤਲਬ ਲੜਾਈ ਅਜੇ ਪੂਰੀ ਪੀਕ ਤੇ ਆ। ਦੇਖੋ ਜੂਨ 1 ਦਾ ਆਰਡਰ ਹੈ, ਜੂਨ 2 ਨੂੰ ਵਿਜੀਲੈਂਸ ਨੇ ਆਪਣੀ ਕੁਐਸਚਨੇਅਰ ਭੇਜ ਦਿੱਤਾ ਹੋਏਗਾ, ਮੰਨਿਆ ਜਾ ਰਿਹਾ ਕਿਉਂਕਿ ਜੂਨ 16 ਨੂੰ ਹੁਣ ਦੁਬਾਰਾ ਫਰੈਸ਼ ਸੰਮਨ ਭੇਜੇ ਨੇ। ਉਸ ਦਿਨ ਜੂਨ 2 ਦੀ ਤਰੀਕ ਇਸ ਕਰਕੇ ਵੀ ਇੰਪੋਰਟੈਂਸ ਰੱਖਦੀ ਹੈ ਕਿ ਉਸ ਦਿਨ ਤਕਰੀਬਨ ਸਾਰੀ ਆਪੋਜੀਸ਼ਨ ਪਾਰਟੀਆਂ ਦੇ ਵੱਡੇ ਲੀਡਰ ਅਜੀਤ ਸਮੂਹ ਦੇ ਦਫ਼ਤਰ ਦੇ ਵਿੱਚ ਇਕੱਠੇ ਹੋ ਕੇ ਅਜੀਤ ਦੇ ਐਡੀਟਰ ਸਾਹਿਬ ਦਾ ਸਮਰਥਨ ਕਰਦੇ ਨੇ। ਨਵਜੋਤ ਸਿੰਘ ਸਿੱਧੂ ਉਹਨਾਂ ਦਾ ਭਾਸ਼ਣ ਤੁਹਾਨੂੰ ਯਾਦ ਹੋਏਗਾ, ਉਹ ਕਹਿੰਦੇ ਭਾਜੀ ਬਰਜਿੰਦਰ ਜੀ ਤੁਹਾਨੂੰ ਇਕੱਲੇ ਨਹੀਂ ਜਾਣ ਦਿੰਦੇ ਵਿਜੀਲੈਂਸ ਬਿਊਰੋ, 1 ਲੱਖ ਬੰਦੇ ਨਾਲ ਇਕੱਠੇ ਕਰਾਂਗੇ। ਔਰ ਤਕਰੀਬਨ ਸਾਰੇ ਲੀਡਰ ਵੱਧ ਚੜ ਕੇ ਉਹ ਬਰਜਿੰਦਰ ਸਿੰਘ ਹਮਦਰਦ ਉਹਨਾਂ ਦਾ ਸਮਰਥਨ ਤੇ ਕਰ ਹੀ ਰਹੇ ਸੀਗੇ, ਨਾਲ ਦੇ ਨਾਲ ਉਹ ਸਰਕਾਰ ਨੂੰ ਵੀ ਕ੍ਰਿਟਿਸਾਈਜ਼ ਕਰ ਰਹੇ ਸੀ। ਔਰ ਜਦ ਇਹ ਸਾਰੀ ਗੱਲਾਂ ਚੱਲ ਰਹੀ ਸੀ ਤੇ ਵਿਜੀਲੈਂਸ ਦਾ ਕੁਐਸਚਨੇਅਰ ਉੱਥੇ ਪਹੁੰਚ ਗਿਆ ਸੀਗਾ। ਇਹ ਜੂਨ 16 ਦੀ ਇੱਕ ਚੀਜ਼ ਭਾਸਕਰ ਸਾਹਿਬ, ਇਹਦੇ ਵਿੱਚ ਇੱਕ ਚੀਜ਼ ਹੋਰ ਬੜੀ ਅਹਿਮ ਆ। ਹਾਈ ਕੋਰਟ ਦੇ ਉਸ ਆਰਡਰ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਬਰਜਿੰਦਰ ਸਿੰਘ ਹਮਦਰਦ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਘੱਟੋ ਘੱਟ 7 ਦਿਨ ਦਾ ਨੋਟਿਸ ਦੇਣਾ ਹੋਵੇਗਾ। ਹੁਣ ਵੇਖਣ ਵਾਲੀ ਗੱਲ ਹੈ ਕਿ ਜਦੋਂ ਮਾਮਲਾ ਸਬ ਜੁਡਿਸ ਆ, ਜਦੋਂ ਮਾਮਲਾ ਅਦਾਲਤ ਵਿੱਚ ਵੀ ਚਲੇ ਗਿਆ, ਵਿਜੀਲੈਂਸ ਦੀ ਚਾਲ ਵੀ ਉਨੀ ਤਿੱਖੀ ਆ। ਉਹ ਲਗਾਤਾਰ ਇਹਨੂੰ ਇਨਵੈਸਟੀਗੇਟ ਕਰ ਰਿਹਾ, ਇੱਕ ਦਿਨ ਖੁੰਝਾਏ ਬਿਨਾਂ। ਇਹਦਾ ਮਤਲਬ ਉਹ ਅਦਾਲਤ ਦੀਆਂ ਹਦਾਇਤਾਂ ਦੇ ਅਨੁਸਾਰ ਮੂਵ ਕਰ ਰਿਹਾ। ਇਹਦਾ ਮਤਲਬ ਇਹ ਵੀ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਇਹ ਕੇਸ ਹੋਰ ਵੀ ਤਿੱਖਾ ਹੋ ਸਕਦਾ। ਇਹਨੂੰ ਆਪਾਂ ਐਵੇਂ ਮੰਨ ਸਕਦੇ ਹਾਂ? ਬਿਲਕੁਲ ਤਿੱਖਾ ਹੋ ਸਕਦਾ ਹੈ। ਤੁਸੀਂ ਦੇਖੋ ਜੂਨ 2 ਦੀ ਦਿਨ 1 ਤਰੀਕ ਦਾ ਹਾਈ ਕੋਰਟ ਦਾ ਆਰਡਰ, 2 ਤਰੀਕ ਨੂੰ ਅਗਰ ਇਹ ਕੁਐਸਚਨੇਅਰ ਪਹੁੰਚ ਗਿਆ ਸੀਗਾ, ਔਰ ਕੁਐਸਚਨੇਅਰ ਦੇ ਵਿੱਚ 17 ਸਵਾਲ ਖੜੇ ਕੀਤੇ ਨੇ। 17 ਸਵਾਲ ਵੀ ਕੀ ਨੇ ਕਿ ਵੀ ਤੁਸੀਂ ਜਿੰਨਾ ਵੀ ਪੈਸਾ ਉੱਥੇ ਖਰਚ ਕੀਤਾ ਗਿਆ, 315 ਕਰੋੜ ਰੁਪਏ ਦਾ ਬਜਟ ਸੀਗਾ ਜੰਗੇ ਆਜ਼ਾਦੀ ਦਾ, ਉਹਦੇ ਵਿੱਚ ਟੈਂਡਰ ਦੀ ਪ੍ਰੋਪਰ ਪ੍ਰੋਸੀਜਰ, ਪ੍ਰੋਕਿਉਰਮੈਂਟ, ਉਹ ਸਾਰੀ ਚੀਜ਼ਾਂ ਅਡਾਪਟ ਕੀਤੀ ਗਈ। ਦੂਜਾ ਸਵਾਲ ਇਹ ਵੀ ਸੀਗਾ ਕਿ ਕਿਸ ਤਰੀਕੇ ਨਾਲ ਉਹ ਫੰਡ ਆਇਆ ਸੀਗਾ, ਕਿ ਸਿੱਧਾ ਜੰਗੇ ਆਜ਼ਾਦੀ ਟਰਸਟ ਜੋ ਵੀ ਇੱਕ ਸੰਸਥਾ ਬਣੀ ਹੋਈ ਸੀ ਉਹਨੂੰ ਸਿੱਧਾ ਆਇਆ ਜਾਂ ਸਰਕਾਰ ਦੇ ਜ਼ਰੀਏ ਆਇਆ। ਔਰ ਪ੍ਰੋਕਿਉਰਮੈਂਟ ਆਫ ਫਰਨੀਚਰ ਉਹਦੇ ਵਿੱਚ ਕੀ, ਕਿਉਂਕਿ ਜਦ ਵਿਜੀਲੈਂਸ ਦੀ ਜਾਂਚ ਚੱਲ ਰਹੀ ਸੀ ਉਹਨਾਂ ਦਿਨਾਂ ਦੇ ਵਿੱਚ ਇੱਕ ਇਨਫੋਰਮੇਸ਼ਨ ਇਹ ਵੀ ਨਿਕਲ ਕੇ ਆਈ ਸੀ ਕਿ ਉੱਥੇ ਜਿਹੜਾ ਫਰਨੀਚਰ ਹੈਗਾ ਉਹ ਦਿਖਾਇਆ ਗਿਆ ਕਿ ਗੋਦਰੇਜ ਦੀ ਓਰੀਜਨਲ ਕੰਪਨੀ ਦਾ, ਪਰ ਉਹਦੇ ਵਿੱਚ ਸਟicker ਲੱਗੇ ਹੋਏ ਸੀਗੇ। ਇਹ ਗੱਲਾਂ ਤੁਸੀਂ ਸੀ ਕਿੰਨੀ ਕੁ ਸੱਚ ਹੈ ਕਿੰਨੀ ਕੁ ਝੂਠ ਹੈ ਸਾਨੂੰ ਨਹੀਂ ਪਤਾ, ਪਰ ਇਸ ਬਾਰੇ ਦੇ ਵਿੱਚ ਵੀ ਇੱਕ ਸਵਾਲ 17 ਸਵਾਲਾਂ ਦੇ ਵਿੱਚੋਂ ਹੈ ਜਿਹੜਾ ਬਰਜਿੰਦਰ ਸਿੰਘ ਹਮਦਰਦ ਉਹਨਾਂ ਨੂੰ
ਪੁੱਛਿਆ ਗਿਆ। ਹੁਣ 16 ਤਰੀਕ ਨੂੰ ਬਰਜਿੰਦਰ ਸਿੰਘ ਹਮਦਰਦ ਉਹਨਾਂ 17 ਸਵਾਲਾਂ ਦੇ ਪ੍ਰੋਪਰ ਜਵਾਬ ਲੈ ਕੇ ਜਾਣਗੇ। ਤੁਸੀਂ ਬਿਲਕੁਲ ਠੀਕ ਕਿਹਾ ਰੰਧਾਵਾ ਜੀ, ਇੱਕ ਕੋਰਟ ਨੇ ਇਹ ਵੀ ਇੱਕ ਰਾਹਤ ਦਿੱਤੀ ਸੀਗੀ ਕਿ 7 ਦਿਨ ਪਹਿਲੇ, ਯਾਨੀ ਅਗਰ ਬਰਜਿੰਦਰ ਸਿੰਘ ਹਮਦਰਦ ਉਹਨਾਂ ਨੂੰ ਅਰੈਸਟ ਕਰਨ ਦੀ ਲੋੜ ਵਿਜੀਲੈਂਸ ਬਿਊਰੋ ਨੂੰ ਪਈ ਤੇ ਉਹ ਘੱਟ ਤੋਂ ਘੱਟ FIR ਦਰਜ ਕਰਨ ਤੋਂ ਬਾਅਦ 7 ਦਿਨ ਦਾ ਸਮਾਂ ਦੇਣਗੇ, ਤਾਂ ਕਿ ਉਹ ਆਪਣਾ ਬਚਾਅ ਜਾਂ ਕਿਸੇ ਅਪੀਲ ਕੋਈ ਦਲੀਲ ਦੇਣੀ ਹੈ ਉਹਨਾਂ ਨੇ ਤੇ ਉਹ ਦੇ ਸਕਦੇ ਨੇ। ਇਹ ਪ੍ਰਕਿਰਿਆ ਬੜੀ ਫਾਸਟ ਚੱਲ ਰਹੀ ਹੈ, ਔਰ ਜਿਸ ਸਪੀਡ ਨਾਲ ਚੱਲ ਰਹੀ ਹੈ ਉਹਦੇ ਹਿਸਾਬ ਨਾਲ ਕੋਈ ਵੱਡੀ ਗੱਲ ਨਹੀਂ। ਆਉਣ ਵਾਲੇ ਟਾਈਮ ਵਿੱਚ ਵਿਜੀਲੈਂਸ ਆਪਣੀ ਇਨਵੈਸਟੀਗੇਸ਼ਨ ਦੀ ਗਤੀ ਹੋਰ ਵਧਾ ਦੇ। ਇਹਦੇ ਚ ਇੰਦਰਪ੍ਰੀਤ ਜੀ, ਕਿਉਂਕਿ ਅਖਬਾਰੀ ਮਾਮਲਾ ਹੈ, ਤੁਹਾਡੀ ਟਿੱਪਣੀ ਬੜੀ ਸਾਰਥਕ ਰਹੂਗੀ। ਬਰਜਿੰਦਰ ਸਿੰਘ ਹਮਦਰਦ ਦੇ ਇਸ ਮਾਮਲੇ ਦੇ ਵਿੱਚ ਸਰਕਾਰ ਨੇ ਨਾ ਤਾਂ ਕੋਰਟ ਵੱਲੋਂ ਜਿਹੜੀ ਰਾਤ ਦੀ ਗੱਲ ਹੈ, ਕੋਰਟ ਵੱਲੋਂ ਜਿਸ ਤਰ੍ਹਾਂ ਦੀਆਂ ਡਾਇਰੈਕਸ਼ਨਸ ਨੇ ਉਹਦੇ ਚੱਲਦਿਆਂ ਕੋਈ ਨਰਮੀ ਢਿੱਲ ਵਰਤੀ। ਆਮ ਤੌਰ ਤੇ ਮੰਨ ਲਿਆ ਜਾਂਦਾ ਕਿ ਜਿਹੜੇ ਮਾਮਲੇ ਹਾਈ ਕੋਰਟਾਂ 'ਚ ਚਲੇ ਜਾਂਦੇ ਆ ਉਹਨਾਂ ਦੇ ਵਿੱਚ ਥੋੜਾ ਜਿਹਾ ਨਰਮ ਗੋਸ਼ਾ ਰੱਖਣਾ ਸ਼ੁਰੂ ਕਰ ਦਿੰਦੀਆਂ ਨੇ ਜਾਂਚ ਏਜੰਸੀਆਂ, ਉਹ ਉਵੇਂ ਹੀ ਤਿੱਖਾਪਣ ਹੈ। ਤੇ ਦੂਜੇ ਬੰਨੇ ਵਿਰੋਧੀ ਧਿਰਾਂ ਨੇ ਇਕਜੁੱਟਤਾ ਨਾਲ ਇਸ ਮਾਮਲੇ ਦੇ ਵਿੱਚ ਸਰਕਾਰ ਦੇ ਖਿਲਾਫ ਹੱਲਾ ਹੀ ਬੋਲ ਦਿੱਤਾ ਸੀਗਾ, ਔਰ ਆਮ ਤੌਰ ਤੇ ਸਰਕਾਰਾਂ ਵਿਰੋਧੀਆਂ ਦੇ ਦਬਾਅ ਥੱਲੇ ਆ ਹੀ ਜਾਂਦੀਆਂ ਹੁੰਦੀਆਂ ਨੇ। ਮੈਨੂੰ ਲੱਗਦਾ ਕਈ ਵਾਰੀ ਜਿਹੜਾ ਬਹੁਤ ਆਮਣੇ ਸਾਹਮਣੇ ਦੀ ਲੜਾਈ ਹੁੰਦੀ ਹੈ ਉਹਦੇ ਵਿੱਚ ਮੁੱਦਾ ਜ਼ਿਆਦਾ ਅਹਿਮ ਵੀ ਹੋ ਜਾਂਦਾ ਔਰ ਪੰਗੇ ਵੀ ਵੱਧ ਜਾਂਦੇ। ਜੇ ਇਹ ਸ਼ਾਇਦ ਇੰਨਾ ਹਾਈ ਪ੍ਰੋਫਾਈਲ ਨਾ ਬਣਦਾ ਤਾਂ ਇਹ ਚੀਜ਼ਾਂ ਨਿਬੜ ਸਕਦੀਆਂ ਸੀ ਔਰ ਇਹਦੇ ਵਿੱਚ ਕੋਈ ਵਿਚੋਲਾ ਵੀ ਪੈ ਸਕਦਾ ਸੀ। ਮੁੱਖ ਮੰਤਰੀ ਤੇ ਬਰਜਿੰਦਰ ਸਿੰਘ ਹਮਦਰਦ ਦੇ ਰਿਸ਼ਤੇ ਕਿਤੇ ਫਰੂਟਫੁਲ ਵੀ ਹੋ ਸਕਦੇ ਸੀ, ਕਿਸੇ ਜਗ੍ਹਾ ਤੇ ਜਾ ਕੇ ਆਪਸ ਵਿੱਚ ਸਹਿਮਤੀ ਦੇ ਆਸਾਰ ਬਣੇ ਰਹਿੰਦੇ ਨੇ। ਪਰ ਹੁਣ ਜਿੱਦਾਂ ਇਹ ਟਕਰਾਅ ਧਾਰਨ ਕਰ ਗਿਆ, ਆਉਂਦੇ ਦਿਨਾਂ ਦੇ ਵਿੱਚ ਜੇ ਸਰਕਾਰ ਇਸ ਜਾਂਚ ਸ਼ੁਰੂ ਕੀਤੀ, ਜਾਂਚ ਦੇ ਵਿੱਚੋਂ ਕੱਢ ਨਹੀਂ ਪਾਉਂਦੀ ਕੁਝ, ਤਾਂ ਉਹਨਾਂ ਲਈ ਵੀ ਖੜੇ ਹੋਣਾ ਔਖਾ ਹੋ ਜਾਊਗਾ ਤੇ ਅਗਲੇ 3 ਸਾਲ ਅਖਬਾਰ ਸਮੂਹ ਵੀ ਔਰ ਵਿਰੋਧੀ ਧਿਰਾਂ ਵੀ ਉਹਨਾਂ ਲਈ ਇੱਕ ਸੰਕਟ ਪੈਦਾ ਕਰ ਦੇਣਗੀਆਂ। ਤੇ ਜੇਕਰ ਇਹਦੇ ਵਿੱਚ ਸਰਕਾਰ ਕੁਝ ਕੱਢ ਪਾਉਂਦੀ ਹੈ ਤਾਂ ਵਿਰੋਧੀ ਧਿਰਾਂ ਲਈ ਵੀ ਕਾਫੀ ਟਫ ਹੋਊਗਾ। ਇਹ ਇੱਕ ਆਈਡੀਅਲ ਕੇਸ ਵੀ ਬਣ ਗਿਆ, ਇੱਕ ਟੈਸਟ ਕੇਸ ਵੀ ਬਣ ਗਿਆ, ਇੱਕ ਪ੍ਰੀਖਿਆ ਦੀ ਘੜੀ ਵੀ ਬਣ ਗਈ। ਤੁਹਾਨੂੰ ਕੀ ਲੱਗਦਾ ਹੈ? ਸਾਡਾ ਕੁਦਰਤੀ ਤੌਰ ਤੇ ਮੀਡੀਆ 'ਚ ਹੋਣ ਕਰਕੇ ਸਰਦਾਰ ਬਰਜਿੰਦਰ ਸਿੰਘ ਹਮਦਰਦ ਨਾਲ ਹਮਦਰਦੀ ਵੀ ਰਹਿੰਦੀ ਹੈ, ਯਤਨ ਵੀ ਰਹਿੰਦਾ ਹੈ ਕਿ ਅਸੀਂ ਅਖਬਾਰ ਸਮੂਹ ਦੇ ਨਾਲ ਖੜੀਏ। ਇੱਕ ਮਤਲਬ ਮੀਡੀਆ ਮੰਚ ਹੋਣ ਕਰ ਨਾਤੇ ਭਾਵੇਂ ਬਹੁਤ ਛੋਟਾ ਮੰਚ ਹੈ, ਪਰ ਜਿਹੜੀ ਸਥਿਤੀ ਬਣ ਰਹੀ ਆ ਉਹਦੀ ਵਿਆਖਿਆ ਤਾਂ ਬਹੁਤ ਜ਼ਰੂਰੀ ਹੈ। ਰੰਧਾਵਾ ਸਾਹਿਬ ਦੇਖੋ, ਇਸ ਕੇਸ ਦੇ ਵਿੱਚ ਨਾ ਜਿਹੜੀ ਵਿਰੋਧੀ ਧਿਰਾਂ ਹੈਗੀਆਂ ਨੇ ਜਿੰਨੀਆਂ ਵੀ, ਉਹ ਇਹ ਕੋਸ਼ਿਸ਼ ਕਰ ਰਹੀਆਂ ਨੇ ਕਿ ਇਸ ਕੇਸ ਨੂੰ ਪ੍ਰੈਜ਼ੈਂਟ ਕੀਤਾ ਜਾਏ ਜਾਂ ਨੈਰੇਟਿਵ ਸੈੱਟ ਕੀਤਾ ਜਾਏ ਇਹਦਾ ਕਿ ਇਹ ਇੱਕ ਪੋਲੀਟੀਕਲ ਵੈਂਡੇਟਾ ਹੈ। ਔਰ ਜਦੋਂ ਜਿਹੜੀ ਸਰਕਾਰ ਹੈ ਉਹ ਦੂਜੇ ਪਾਸੇ ਇਹਨੂੰ ਕਰਪਸ਼ਨ ਦੇ ਕੇਸ ਦੇ ਤੌਰ ਤੇ ਦਿਖਾ ਕੇ ਇਹਤੇ ਕਾਰਵਾਈ ਕਰਨ ਦੀ ਸੋਚ ਰਹੀ, ਮਤਲਬ ਕਾਰਵਾਈ ਕਰ ਰਹੀ ਹੈ। ਸੋ ਇਹ ਦੋਨੋਂ ਚੀਜ਼ਾਂ ਇੱਥੇ ਫਸੀਆਂ ਹੋਈਆਂ ਨੇ। ਹੁਣ ਲੋਕਾਂ ਨੇ ਤੈਅ ਕਰਨਾ ਹੈ ਕਿ ਇਹ ਕੀ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਕਰਪਸ਼ਨ ਦੇ ਕੇਸਾਂ ਨੂੰ ਹੱਥ ਨਾ ਪਾਉਂਦੀ, ਖਾਸ ਤੌਰ ਤੇ ਵੱਡੇ ਬੰਦੇ ਜਿਹੜੇ ਅਗਰ ਕਰਪਸ਼ਨ ਕਰਦੇ ਆ ਤਾਂ ਉਹਨਾਂ ਨੂੰ ਬਚਾਉਣ ਵਾਸਤੇ ਕੰਮ ਕਰ ਰਹੀਆਂ ਨੇ, ਇਹ ਸੈੱਟ ਕਰ ਰਹੀਆਂ ਨੇ ਇਹ। ਔਰ ਤੁਸੀਂ ਦੇਖੋ ਭਗਵੰਤ ਮਾਨ ਨੇ ਪੂਰਾ ਬੋਲਿਆ ਵੀ ਇਸੇ ਤਰ੍ਹਾਂ ਹੀ ਹੋਇਆ ਕਿ ਸਾਰੀਆਂ ਵਿਰੋਧੀ ਧਿਰਾਂ, ਉਹ ਜਿਹੜੀ ਉਹਨਾਂ ਦੀ ਕਵਿਤਾ ਜੀ ਪਾਈ ਸੀ ਉਹ ਕਵਿਤਾ ਤੋਂ ਸਪਸ਼ਟ ਹੋ ਜਾਂਦਾ ਸੀਗਾ ਵੀ ਉਹ ਕੀ ਚਾਹ ਰਹੇ ਨੇ। ਸੋ ਇਸੇ ਤਰ੍ਹਾਂ ਹੀ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਜਿਸ ਤਰ੍ਹਾਂ ਇਕੱਠੀਆਂ ਹੋਈਆਂ ਸੀ, ਭਾਸਕਰ ਸਾਹਿਬ ਨੇ ਹੁਣੇ ਕਿਹਾ ਵੀ ਹੈ ਵੀ ਉੱਥੇ ਜਿਸ ਤਰ੍ਹਾਂ ਇਕੱਠੀਆਂ ਹੋਈਆਂ ਸੀ, ਉਸ ਤੋਂ ਜਿਸ ਤਰ੍ਹਾਂ ਦੇ ਬਿਆਨਬਾਜ਼ੀ ਹੋਈ, ਬੜੀ ਕਈ ਬਿਆਨਬਾਜ਼ੀਆਂ ਦਾ ਬਹੁਤ ਹਲਕੇ ਸਤਰ ਦੀਆਂ ਸੀਗੀਆਂ, ਉਹਨਾਂ ਨੇ ਵੀ ਅੱਗੇ ਪੰਗਾ ਪਾਇਆ ਹੋਇਆ। ਔਰ ਜਿਹੜੀ ਸਰਕਾਰ ਹੈ ਉਹ ਜਿਹਨੇ ਆਪਾਂ ਅਗਲੀ ਖਬਰ ਤੇ ਡਿਸਕਸ ਕਰਨੀ ਹੋਈ ਹੈ ਕਿ ਜਿਹੜੀ 19 ਔਰ 20 ਦਾ ਸਪੈਸ਼ਲ ਸੈਸ਼ਨ ਬੁਲਾਇਆ ਹੈ, ਇਸੇ ਮੰਚ ਤੋਂ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਨੇ ਉਹਨੂੰ ਲੈ ਕੇ ਵੀ ਕਈ ਚੀਜ਼ਾਂ ਨੂੰ ਇੱਥੇ ਡਿਸਕਸ ਕੀਤਾ ਜਾਣਾ ਉਸ ਸੈਸ਼ਨ ਦੇ ਵਿੱਚ। ਤੇ ਉਹ ਮੈਨੂੰ ਲੱਗਦਾ ਕਿ ਟੋਟਲ ਜਿਹੜਾ ਇੱਕ ਨੈਰੇਟਿਵ ਦੋਨੋਂ ਤਰਫ ਤੋਂ ਆਪਣਾ ਆਪਣਾ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਅਗਲੇ ਟਾਈਮ 'ਚ ਮੈਨੂੰ ਲੱਗਦਾ ਬਹੁਤ ਇੰਟਰਸਟਿੰਗ ਹੋਣ ਵਾਲਾ। ਅੱਛਾ ਇੰਦਰਪ੍ਰੀਤ ਜੀ, ਹਾਂ ਭਾਸਕਰ ਸਾਹਿਬ, ਨੈਰੇਟਿਵ ਦੀ ਗੱਲ ਇੰਦਰਪ੍ਰੀਤ ਜੀ ਕਰ ਰਹੇ ਨੇ। ਸਭ ਤੋਂ ਪਹਿਲੇ ਜਦ ਇਹ ਜੰਗੇ ਆਜ਼ਾਦੀ ਦੇ ਵਿੱਚ ਵਿਜੀਲੈਂਸ ਬਿਊਰੋ ਦੇ ਆਫੀਸ਼ੀਅਲਸ ਦੇ ਚੱਕਰ ਲੱਗਣੇ ਸ਼ੁਰੂ ਹੋਏ ਸੀ, ਉਸ ਟਾਈਮ ਇੱਕ ਨੈਰੇਟਿਵ ਇਹ ਸੈੱਟ ਕੀਤਾ ਗਿਆ ਸੀ ਵੀ ਜੰਗੇ ਆਜ਼ਾਦੀ ਦੇ ਵਿੱਚ ਪੰਜਾਬ ਦਾ ਕੰਟਰੀਬਿਊਸ਼ਨ, ਉਹਦੇ ਉੱਤੇ ਇੱਕ ਹਮਲਾ ਹੈ। ਔਰ ਜਿੱਦਾਂ ਜਿੱਦਾਂ 2 ਤਰੀਕ ਨਜ਼ਦੀਕ ਆਈ, 2 ਤਰੀਕ ਨੂੰ ਇਹ ਵੀ ਕੋਸ਼ਿਸ਼ ਕੀਤੀ ਗਈ ਕਿ ਇਹ ਪ੍ਰੈਸ ਦੀ ਆਜ਼ਾਦੀ ਦੇ ਉੱਤੇ ਇੱਕ ਹਮਲਾ ਹੈ। ਹੁਣ ਇਹ ਜੰਗੇ ਆਜ਼ਾਦੀ ਦੇ ਉੱਤੇ ਹਮਲਾ ਹੈ ਜਾਂ ਪ੍ਰੈਸ ਦੀ ਆਜ਼ਾਦੀ ਦੇ ਉੱਤੇ ਹਮਲਾ ਹੈ, ਕਿਉਂਕਿ ਪ੍ਰੈਸ ਦੇ ਖੇਤਰ ਦੇ ਵਿੱਚ ਵੀ ਵੱਡੀ ਸੰਸਥਾਵਾਂ ਦਾ ਬਰਜਿੰਦਰ ਸਿੰਘ ਹਮਦਰਦ ਉਹਨਾਂ ਦੇ ਨਾਲ ਨਾ ਖੜਾ ਹੋਣਾ, ਇਹ ਵੀ ਇੱਕ ਅਜੀਬ ਦੀ ਗੱਲ ਲੱਗਦੀ ਹੈ, ਕਿਉਂਕਿ ਬੜੇ ਵੱਡਾ ਨਾਂ ਜਿਸ ਤਰ੍ਹਾਂ ਅਸੀਂ ਕਹਿ ਕੇ ਹਟੇ ਹਾਂ। ਦੂਜੀ ਗੱਲ, ਜਿਹੜਾ ਸਰਕਾਰ ਨੇ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਕਿ ਕਰਪਸ਼ਨ ਦੇ ਮੁੱਦੇ ਦੇ ਉੱਤੇ ਉਹਨਾਂ ਦੀ ਜ਼ੀਰੋ ਟੋਲਰੈਂਸ ਹੈ, ਉਹ ਭਾਵੇਂ ਕਿਸੇ ਨੇ ਵੀ ਕੀਤੀ ਹੋਈ,
ਉਹਦੇ ਵਾਸਤੇ ਅਸੀਂ ਕਿਸੇ ਨੂੰ ਛੱਡਾਂਗੇ ਨਹੀਂ। ਉਹਨਾਂ ਨੇ ਆਪਣਾ ਨੈਰੇਟਿਵ ਇਹ ਸੈੱਟ ਕਰਕੇ ਰੱਖਿਆ ਹੋਇਆ ਹੈ, ਪਰ ਇਹ ਦੋਨੋਂ ਨੈਰੇਟਿਵ ਦੇ ਵਿੱਚ ਕਿਹੜਾ ਨੈਰੇਟਿਵ ਲੋਕਾਂ ਦੇ ਮਨਾਂ ਦੇ ਵਿੱਚ ਸਹੀ ਤਰੀਕੇ ਨਾਲ ਜਾ ਰਿਹਾ, ਗੱਲ ਤੇ ਉੱਥੇ ਖੜੀ ਹੈ। ਇੰਦਰਪ੍ਰੀਤ ਜੀ, ਇਹਦੇ ਚ ਆਪਾਂ ਥੋੜਾ ਅੱਗੇ ਵੱਧਦੇ ਹਾਂ। ਇਹ ਮਾਮਲਾ ਸੈਂਸਿਟਿਵ ਤਾਂ ਹੈਗਾ ਹੀ ਹੈ, ਕਿਉਂਕਿ ਸ਼ੁਰੂ ਦੇ ਵਿੱਚ ਜਿਹੜੀ ਗਵਰਨਰ ਸਾਹਿਬ ਨੂੰ ਚਿੱਠੀ ਵੀ ਜਾਂਦੀ ਆ, ਉਹਦੇ ਵਿੱਚ ਵੀ ਅਜੀਤ ਦੇ ਇਸ਼ਤਿਹਾਰ ਰੋਕ ਕੇ ਜਾਣ ਦੀ ਗੱਲ ਸੀਗੀ, ਤੇ ਜਿਹੜੀ ਕੋਰਟ ਦੇ ਵਿੱਚ ਵੀ ਪਟੀਸ਼ਨ ਜਾਂਦੀ ਆ, ਉਹਦੇ ਵਿੱਚ ਵੀ ਬਰਜਿੰਦਰ ਸਿੰਘ ਹਮਦਰਦ ਦੇ ਕੱਦ ਕਾਠ ਨੂੰ ਮੀਡੀਆ ਦੇ ਨਜ਼ਰੀਏ ਤੋਂ ਹੀ ਅੱਗੇ ਵਧਾਇਆ ਗਿਆ। ਪਰ ਸਰਕਾਰ, ਵਿਜੀਲੈਂਸ, ਉਹਨਾਂ ਨੇ ਇਸ ਸਾਰੇ ਮਾਮਲੇ ਨੂੰ ਜੰਗੇ ਆਜ਼ਾਦੀ ਔਰ ਇਹਦੇ ਫੰਡਸ ਨਾਲ 19-21 ਦੇ ਮਾਮਲੇ ਤੱਕ ਹੀ ਸੀਮਿਤ ਰੱਖਿਆ ਹੋਇਆ। ਦੋਨਾਂ ਨੂੰ ਰਿਲੇਟ ਤਾਂ ਕੀਤਾ ਗਿਆ, ਲੇਕਿਨ ਦੋਨਾਂ ਨੂੰ ਇਕੱਠਿਆਂ ਕਲੱਬ ਕੀਤਾ ਨਹੀਂ ਜਾ ਸਕਿਆ ਹੁਣ ਤੱਕ, ਇੰਜ ਲੱਗ ਰਿਹਾ। ਮੇਰਾ ਸਵਾਲ ਸਿਰਫ ਇੰਨਾ ਹੈ ਕਿ ਇਹ ਮਾਮਲਾ ਹੁਣ ਜਿਹੜਾ 19-20 ਦਾ ਅਜਲਾਸ ਆ ਉਹਦੇ ਵਿੱਚ ਜਾਊਗਾ, ਉਹਦੇ ਵਿੱਚ ਮੈਨੂੰ ਲੱਗਦਾ ਵਿਰੋਧੀ ਧਿਰਾਂ ਇਸੇ ਗੱਲ ਦੇ ਉੱਤੇ ਵਾਕਆਊਟ ਕਰਨਗੀਆਂ ਕਿ ਬਰਜਿੰਦਰ ਸਿੰਘ ਹਮਦਰਦ ਨੂੰ 16 ਤਰੀਕ ਨੂੰ ਕਿਉਂ ਸੱਦਿਆ ਗਿਆ। ਅਜੇ ਇਹ ਦੇਖਣਾ ਵੀ ਬੜਾ ਅਹਿਮ ਆ ਕਿ ਬਰਜਿੰਦਰ ਸਿੰਘ ਹਮਦਰਦ ਉਸ ਦਿਨ ਜਾਂਦੇ ਆ ਜਾਂ ਸਮਾਂ ਮੰਗ ਲੈਂਦੇ ਆ। ਹਾਲਾਂਕਿ ਹਾਈ ਕੋਰਟ ਦੀ ਡਾਇਰੈਕਸ਼ਨ ਆ ਕਿ ਤੁਸੀਂ ਕੋਆਪਰੇਟ ਕਰੋ। ਮੈਨੂੰ ਲੱਗਦਾ ਕਿ ਉਹ ਜਾਣਗੇ ਉਸ ਦਿਨ, ਉਹਨਾਂ ਕੋਲ ਹੁਣ ਬਹੁਤੇ ਰਸਤੇ ਬਚੇ ਨਹੀਂ, ਜਾਂ ਇਸ ਤੋਂ ਵੀ ਉਹ ਡਬਲ ਬੈਂਚ ਕੋਲ ਚਲੇ ਜਾਣ। ਪਰ ਹੁਣ ਵੇਖਣ ਵਾਲੀ ਗੱਲ ਆ ਕਿ ਕੀ ਇਹ ਮਾਮਲਾ 16 ਤਰੀਕ ਦੀ ਸਮਨਿੰਗ ਵਾਲਾ, 16 ਤਰੀਕ ਦੀ ਪੇਸ਼ੀ ਵਾਲਾ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਜਾਂਦਾ। ਔਰ ਦੂਜੀ ਗੱਲ ਕਿ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਜਿਹੜਾ ਇੱਕ ਪ੍ਰਿਵਿਲੇਜ ਮੋਸ਼ਨ, ਇੱਕ ਪ੍ਰਿਵਿਲੇਜ ਨੋਟਿਸ ਹੈ, ਮਾਣਹਾਨੀ ਵਰਗਾ ਹੁੰਦਾ ਹੈ, ਉਹ ਵੀ ਆ ਸਕਦਾ। ਕਿ ਇਸ ਸੈਸ਼ਨ ਨੂੰ ਇਸ ਨਜ਼ਰੀਏ ਤੋਂ ਬੁਲਾਇਆ ਗਿਆ ਕਿ ਦਿੱਲੀ ਦੇ ਵਿੱਚ ਜਿੱਦਾਂ ਹੱਕਾਂ ਦਾ ਘਾਣ ਹੋ ਰਿਹਾ, ਫੈਡਰਲ ਸਟਰਕਚਰ ਨੂੰ ਢਾਹ ਲੱਗ ਰਹੀ ਹੈ, ਕਿਸੇ ਸਰਕਾਰ ਦੇ ਹੱਕੀ ਜਿੰਨੇ ਹੱਕ ਹੁੰਦੇ ਆ ਉਹਨਾਂ ਦੇ ਖਿਲਾਫ ਜਾ ਰਹੀ ਹੈ ਕੇਂਦਰ, ਇਹ ਚੀਜ਼ਾਂ ਵੀ ਹੋਣਗੀਆਂ। ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਤੇ ਗਵਰਨਰ 'ਚ ਵੀ ਸਭ ਸਹਿਜ ਨਹੀਂ ਰਹਿੰਦਾ, ਇਹ ਵੀ ਮਾਮਲੇ ਆ ਸਕਦੇ ਆ। ਸੋ ਮੈਨੂੰ ਉਹ ਵਿਧਾਨ ਸਭਾ ਸੈਸ਼ਨ ਵਾਲੀ ਗੱਲ ਨੂੰ ਅੱਗੇ ਵਧਾ ਦਿਓ। ਰੰਧਾਵਾ ਸਾਹਿਬ, ਦੇਖੋ ਜਿਹੜਾ ਇਹ ਸੈਸ਼ਨ ਹੈਗਾ, ਅਦਰਵਾਈਜ਼ ਇਸ ਸੈਸ਼ਨ 'ਚ ਕੁਝ ਨਹੀਂ ਹੈਗਾ ਸਿਵਾਏ ਇਸ ਤੋਂ ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ ਕਿ ਪੋਲੀਟੀਕਲ ਸਕੋਰਿੰਗ ਕਿਸ ਤਰ੍ਹਾਂ ਹੋਊਗੀ, ਇਹਦੇ ਉੱਤੇ ਹੀ ਸੈਸ਼ਨ ਹੈ। ਜੋ ਮੈਨੂੰ ਹੁਣ ਤੱਕ ਦੇ ਏਜੰਡੇ, ਮਤਲਬ ਜਿਹੜੇ ਆਪਣੇ ਸੋਰਸਸ ਹੁੰਦੇ ਉਹਨਾਂ ਤੋਂ ਪਤਾ ਲੱਗਿਆ ਕਿ ਇਹ ਆ ਰਹੇ। ਦੇਖੋ, ਜਿਵੇਂ ਸਭ ਤੋਂ ਪਹਿਲਾਂ ਤੁਸੀਂ ਕਿਹਾ ਵੀ 16 ਤਰੀਕ ਨੂੰ ਬਰਜਿੰਦਰ ਸਿੰਘ ਹਮਦਰਦ ਹੋਰਾਂ ਨੂੰ ਬੁਲਾਇਆ ਗਿਆ। ਨੈਚੁਰਲੀ ਉਸ ਦਿਨ ਉਹ ਜਾਣ ਗਈ ਔਰ ਉਸ ਦਿਨ ਵੀ ਬਹੁਤ ਜ਼ਿਆਦਾ ਇਕੱਠ ਤੱਕ ਕਰਨ ਦੀ ਕੋਸ਼ਿਸ਼ ਕੀਤੀ ਹੀ ਜਾਏਗੀ ਪੋਲੀਟੀਕਲ ਪਾਰਟੀਆਂ ਵੱਲੋਂ ਕਿ ਅਸੀਂ ਇਹਨਾਂ ਦੇ ਨਾਲ ਖੜੇ ਆ। ਤੇ ਉਹ ਇਹ ਪਾਰਟੀਆਂ ਜ਼ਰੂਰ ਇਹ ਕੋਸ਼ਿਸ਼ ਕਰਨਗੀਆਂ ਕਿ ਜਿਸ ਦਿਨ ਸੈਸ਼ਨ ਸ਼ੁਰੂ ਹੋਏਗਾ, ਜੇ 19 ਤਰੀਕ ਨੂੰ ਸਿਰਫ ਸ਼ਰਧਾਂਜਲੀਆਂ ਦੇ ਕੇ ਖਤਮ ਹੋ ਗਿਆ ਤਾਂ ਮੈਨੂੰ ਲੱਗਦਾ 19 ਤਰੀਕ ਦਾ ਤਾਂ ਕੁਝ ਜ਼ਿਆਦਾ ਫਿਰ ਬਿਜ਼ਨਸ ਨਹੀਂ ਹੈ। ਲੇਕਿਨ 20 ਤਰੀਕ ਨੂੰ ਉਹ ਜ਼ਰੂਰ ਰੋਲਾ ਪਾਣਗੀਆਂ ਇਸ ਗੱਲ ਦੇ ਉੱਤੇ ਕਿ ਬਰਜਿੰਦਰ ਸਿੰਘ ਹਮਦਰਦ ਦੇ ਉੱਤੇ ਪੋਲੀਟੀਕਲ ਵੈਂਡੇਟਾ ਕਿਉਂ ਕੀਤਾ ਜਾ ਰਿਹਾ ਹੈ। ਕਿਉਂਕਿ ਸਰਕਾਰ ਜਿਹੜੀ ਹੈ ਉਹ ਬਹੁਤ ਕੋਸ਼ਿਸ਼ ਇਹ ਕਰ ਰਹੀ ਹੈ ਕਿ ਕਿਸੇ ਤਰ੍ਹਾਂ ਜਿਹੜਾ ਦਿੱਲੀ ਦਾ ਅਧਿਆਦੇਸ਼ ਵਾਲਾ ਮਾਮਲਾ ਹੈਗਾ ਵੀ ਉੱਥੇ ਦੇ ਜਿਹੜੇ ਆਫੀਸਰਸ ਨੇ ਉਹਨਾਂ ਨੂੰ ਕਿਸ ਤਰ੍ਹਾਂ ਸੈਂਟਰ ਗਵਰਨਮੈਂਟ ਨੇ ਆਪਣੇ ਥੱਲੇ ਲਿਖਣਾ ਹੈ, ਉਹਦੇ ਖਿਲਾਫ ਅੱਜ ਇੱਕ ਵੱਡੀ ਰੈਲੀ ਵੀ ਉੱਥੇ ਹੋ ਰਹੀ ਹੈ ਦਿੱਲੀ ਦੇ ਵਿੱਚ, ਰਾਮਲੀਲਾ ਮੈਦਾਨ ਦੇ ਵਿੱਚ। ਉਸ ਤੋਂ ਇਲਾਵਾ ਤੁਸੀਂ ਦੇਖੋ ਆਮ ਆਦਮੀ ਪਾਰਟੀ ਨੇ ਇਹ ਜਿਹੜਾ ਮਾਨਸੂਨ ਸੈਸ਼ਨ ਆਣਾ ਲੋਕ ਸਭਾ ਤੇ ਰਾਜ ਸਭਾ ਦਾ, ਉਹਦੇ ਵਿੱਚ ਕਿਉਂਕਿ ਇਹ ਆਰਡੀਨੈਂਸ ਜ਼ਰੂਰ ਪੇਸ਼ ਹੋਣਾ ਹੈ ਤੇ ਉਹਦਾ ਬਿੱਲ ਦਾ ਰੂਪ ਲੈਣਾ ਹੈ, ਤੇ ਉਹ ਫੇਲ ਹੋਏ। ਉਹਨਾਂ ਨੂੰ ਪਤਾ ਹੈ ਕਿ ਲੋਕ ਸਭਾ 'ਚ ਤਾਂ ਅਸੀਂ ਇਹਨੂੰ ਰੋਕ ਨਹੀਂ ਸਕਦੇ ਕਿਉਂਕਿ ਬੀਜੇਪੀ ਕੋਲ ਬਹੁਮਤ ਹੈ, ਲੇਕਿਨ ਰਾਜ ਸਭਾ 'ਚ ਅਸੀਂ ਇਹਨੂੰ ਰੋਕ ਸਕਦੇ ਹਾਂ। ਰਾਜ ਸਭਾ 'ਚ ਉਹਨਾਂ ਕੋਲ ਬਹੁਮਤ ਨਹੀਂ ਹੈ। ਤਾਂ ਉਹਨਾਂ ਨੇ ਸਾਰੇ ਕੰਟਰੀ 'ਚ ਜਿੱਥੇ ਜਿੱਥੇ ਵੀ ਉਹਨਾਂ ਦੇ ਹਮਦਰਦ ਬੈਠੇ ਆ ਜਾਂ ਦੂਜੀ ਓਪੋਜੀਸ਼ਨ ਪਾਰਟੀਆਂ ਬੈਠੀਆਂ ਨੇ, ਉਹਨਾਂ ਨੂੰ ਲੈ ਕੇ ਇੱਕ ਸਮਰਥਨ ਜੁਟਾਉਣ ਦੀ ਕੋਸ਼ਿਸ਼ ਕੀਤੀ ਹੈ। ਸੇਮ ਹੀ ਉਸੇ ਗੱਲ ਨੂੰ ਅੱਗੇ ਵਧਾਉਂਦੇ ਹੋਏ ਕਿ ਕਿਉਂ ਨਾ ਇਹਨੂੰ ਉਹਨਾਂ ਵਿਧਾਨ ਸਭਾਵਾਂ ਦੇ ਵਿੱਚ ਵੀ ਪੇਸ਼ ਕਰਕੇ ਨਿੰਦਾ ਪ੍ਰਸਤਾਵ ਕਰਵਾਇਆ ਜਾਏ ਤਾਂ ਕਿ ਦੂਜੀਆਂ ਪਾਰਟੀਆਂ ਨੂੰ ਵੀ ਔਖਾ ਹੋਏ। ਸੋ ਇਹਨੂੰ ਐਜ਼ ਫੈਡਰਲ ਸਿਸਟਮ ਦੇ ਉੱਤੇ ਹਮਲੇ ਦੇ ਤੌਰ ਤੇ ਇਹ ਇੱਕ ਪੇਸ਼ ਕੀਤਾ ਜਾਊਗਾ, ਜਿਸ ਤੇ ਮੈਨੂੰ ਇਹ ਲੱਗ ਰਿਹਾ ਹੈ ਕਿ ਕਾਂਗਰਸ ਨੂੰ ਹਜੇ ਤੱਕ ਉਹਨਾਂ ਨੇ ਉੱਥੇ ਸਮਰਥਨ ਨਹੀਂ ਦਿੱਤਾ ਹੋਇਆ। ਉਹ ਸਮਰਥਨ ਦੀ ਆਸ ਕਰ ਰਹੇ ਆ ਕਿ ਦਿੱਲੀ ਵਿੱਚ ਸਾਨੂੰ ਸਮਰਥਨ ਮਿਲੇ। ਹੁਣ ਅੱਜ ਉੱਥੇ ਰੈਲੀ 'ਚ ਆਪਾਂ ਪਹਿਲਾਂ ਹੀ ਡਿਸਕਸ ਕੀਤਾ ਸੀਗਾ ਕਿ ਰੈਲੀ 'ਚ ਕਾਂਗਰਸ ਜਾਏਗੀ ਕਿ ਨਹੀਂ ਜਾਏਗੀ, ਇੱਕ ਵੱਖਰਾ ਸਵਾਲ ਹੈ। ਲੇਕਿਨ ਜਿਹੜਾ ਹਜੇ ਤੱਕ ਸਮਰਥਨ ਨਹੀਂ ਦਿੱਤਾ ਅਧਿਆਦੇਸ਼ ਦੇ ਉੱਤੇ ਕਾਂਗਰਸ ਦੇ ਬਹੁਤ ਮੈਂਬਰ ਨੇ ਰਾਜ ਸਭਾ ਦੇ ਵਿੱਚ, ਤਾਂ ਕੀ ਵਿਧਾਨ ਸਭਾ ਦੇ ਵਿੱਚ ਇਹਨੂੰ ਪੇਸ਼ ਕਰਕੇ ਕਾਂਗਰਸ ਦੀ ਕੀ ਭੂਮਿਕਾ ਰਹੂਗੀ, ਇਸ ਤੇ ਸਵਾਲ ਜ਼ਰੂਰ ਖੜਾ ਕੀਤਾ ਜਾਊਗਾ ਕਿ ਕਾਂਗਰਸ ਕੀ ਇਹਦਾ ਸਮਰਥਨ ਕਰਦੀ ਹੈ ਜਾਂ ਇਹਦਾ ਵਿਰੋਧ ਕਰਦੀ ਹੈ। ਜੋ ਮੈਨੂੰ ਲੱਗ ਰਿਹਾ ਹੈ, ਜਿਹੜਾ ਤੁਸੀਂ ਇਹ ਗੱਲ ਕੀਤੀ ਉਸ ਤੋਂ ਮੈਨੂੰ ਇਹ ਆਈਡੀਆ ਆ ਰਿਹਾ ਹੈ ਕਿ ਮਨ ਦੇ ਵਿੱਚ ਕਿ 16 ਤਰੀਕ ਵਾਲੀ ਜਿਹੜੀ ਬਰਜਿੰਦਰ ਸਿੰਘ ਹਮਦਰਦ ਦੀ ਪੇਸ਼ੀ ਨੂੰ ਲੈ ਕੇ ਕਾਂਗਰਸ ਜਿਹੜਾ ਹੈ ਇਹਨੂੰ ਮੁੱਦਾ ਜ਼ਰੂਰ ਬਣਾਏਗੀ ਔਰ ਹੋ ਸਕਦਾ ਹੈ ਕਿ ਰੌਲਾ ਰੱਪਾ ਪਾਏ ਔਰ ਉਸ ਤੋਂ ਬਾਅਦ ਇਹ ਵਾਕ ਆਊਟ ਕਰਕੇ ਚਲੇ ਜਾਣ ਤਾਂ ਕਿ ਉਹਨਾਂ ਨੂੰ ਇਸ ਤੇ ਕੋਈ ਗੱਲ ਰੱਖਣ ਦਾ
ਉਹੀ ਨਾ ਰਹੇ ਕਿ ਵੀ ਅਸੀਂ ਇਸ ਦਾ ਵਿਰੋਧ ਕਰਨਾ ਹੈ, ਇਹਦੇ ਪੱਖ 'ਚ ਬੋਲਣਾ ਜਾਂ ਵਿਰੋਧ ਕਰਨਾ। ਜੀ ਤੁਸੀਂ ਕੁਝ ਕਹਿ ਰਹੇ ਹੋ? ਇੰਦਰਪ੍ਰੀਤ ਜੀ, ਜਿਹੜਾ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ 20 ਵਿਧਾਇਕਾਂ ਤੇ 5 ਮੰਤਰੀਆਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਸਰਕਾਰ ਨੇ ਮੁੱਦਾ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਹਮਦਰਦ ਦੇ ਹੱਕ 'ਚ ਦੋ ਨੂੰ ਜਿਹੜੀ ਇਹਨਾਂ ਨੇ ਉੱਥੇ ਇਕੱਠ ਸੱਦਿਆ ਸੀ, ਉਹਦੇ 'ਚ ਪ੍ਰਤਾਪ ਸਿੰਘ ਬਾਜਵਾ ਨੇ ਹਲਕੀਆਂ ਟਿੱਪਣੀਆਂ ਕੀਤੀਆਂ ਨੇ। ਇਹ ਇੱਕ ਤੇ ਲਿਆਂਦਾ ਜਾ ਸਕਦਾ ਪ੍ਰਸਤਾਵ ਕਿ ਜਿਹੜਾ ਇਹਨਾਂ ਨੇ ਨਵੇਂ ਆਏ, ਚੁਣ ਕੇ ਆਏ ਆਮ ਲੋਕਾਂ ਦੀ, ਆਮ ਵਿਅਕਤੀਆਂ ਦੀ ਇਨਸਲਟ ਕੀਤੀ ਆ, ਜਿਹਦੇ ਵਿੱਚ ਉਹਨਾਂ ਨੇ ਪੈਂਚਰ, ਸਾਈਕਲ ਰਿਪੇਅਰ ਜਾਂ ਕਿਹੜਾ ਮੋਬਾਈਲ ਰਿਪੇਅਰ ਦੀ ਗੱਲ ਕੀਤੀ ਹੈ, ਇਹ ਵੀ ਮਤਾ ਲਿਆਂਦਾ ਜਾ ਸਕਦਾ, ਪ੍ਰਿਵਿਲੇਜ ਇਹਨੂੰ ਨੋਟਿਸ ਮੋਸ਼ਨ ਕਹਿੰਦੇ ਜੀ। ਇਹਦੀ ਪੂਰੀ ਮਤਲਬ ਤਿਆਰੀ ਕੀਤੀ ਜਾ ਰਹੀ ਹੈ ਕਿ ਇਹ ਮਤਾ ਲਿਆਤਾ ਜਾਏ, ਔਰ ਸ਼ਾਇਦ ਇਹ ਲਾਭ ਸਿੰਘ ਜਿਹੜੇ ਉੱਗੂ ਕਿਹਾ ਗਿਆ ਉਹਨਾਂ ਵੱਲੋਂ ਹੀ ਮਤਾ ਪੇਸ਼ ਹੋਏ ਤੇ ਉਹਦਾ ਸਮਰਥਨ ਹੋ ਸਕਦਾ ਹਰਪਾਲ ਚੀਮਾ ਕਰਕੇ ਇਹਨੂੰ ਪ੍ਰਿਵਿਲੇਜ ਕਮੇਟੀ ਨੂੰ ਸੌਂਪਣ। ਇਹਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਉਹ ਦੇਖੋ ਉਸ ਟਾਈਮ ਬਿਜ਼ਨਸ ਕੀ ਆਣਾ ਹੈ ਇਹ ਤਾਂ ਉਸ ਟਾਈਮ ਹੀ ਪਤਾ ਚੱਲਦਾ, ਕਿਉਂਕਿ ਬਹੁਤ ਸਾਰਾ ਕੱਲ ਜਿੰਨੀ ਕੁ ਸੀਕ੍ਰੇਟ ਇਹਨੂੰ ਰੱਖਿਆ ਜਾ ਰਿਹਾ ਹੈ, ਕੱਲ ਜਿੰਨਾ ਕੁ ਵੀ ਅਸੀਂ ਕੋਸ਼ਿਸ਼ ਕੀਤੀ ਇਹਨੂੰ ਪਤਾ ਕਰਨ ਵਾਸਤੇ, ਤਾਂ ਸਾਰੇ ਜਿੰਨੇ ਆਫੀਸਰਸ ਨੇ ਚਾਹੇ ਮੰਤਰੀ ਨੇ ਸਭ ਨੇ ਇਹੀ ਕਿਹਾ ਕਿ ਯਾਰ ਬਹੁਤ ਸੀਕ੍ਰੇਟ ਲੈਜਿਸਲੇਚਰ ਲਿਆ ਜਾਊਗਾ। ਤੇ ਦੇਖੋ ਤੁਸੀਂ ਅਦਰਵਾਈਜ਼ ਕੀ ਹੁੰਦਾ ਨਾ ਕਿ ਜਦੋਂ ਤੁਸੀਂ ਸਪੈਸ਼ਲ ਸੈਸ਼ਨ ਬੁਲਾਉਂਦੇ ਹੋ ਤਾਂ ਤੁਸੀਂ ਉਹਦਾ ਇੱਕ ਏਜੰਡਾ ਦੱਸ ਦਿਓ ਕਿ ਕਿਸ ਪਰਪਸ ਲਈ ਇਹ ਸੈਸ਼ਨ ਬੁਲਾਇਆ ਜਾ ਰਿਹਾ ਹੈ। ਪਰ ਕੱਲ ਕੈਬਨਿਟ ਇਹਨੂੰ ਅਪਰੂਵ ਕਰਤਾ ਕਿ ਸਪੈਸ਼ਲ ਸੈਸ਼ਨ ਅਸੀਂ ਬੁਲਾ ਰਹੇ ਹਾਂ, ਪਰ ਕਿਸ ਲਈ ਬੁਲਾ ਰਹੇ ਹਾਂ ਇਹ ਕੋਈ ਨਹੀਂ ਦੱਸਿਆ ਜਾ ਰਿਹਾ ਵੀ ਅਸੀਂ ਬੁਲਾਇਆ ਕੀ ਜਾ ਰਿਹਾ। ਹਾਂ, ਇੱਕ ਜਿਹੜਾ ਉਹ ਹੈਗਾ ਆਰਡੀਐਫ ਦਾ ਮਾਮਲਾ, ਇਹ ਕਿਹਾ ਜਾ ਰਿਹਾ ਕਿ ਆਰਡੀਐਫ ਦੇ ਮਾਮਲੇ 'ਚ ਇਹਨੂੰ ਅਸੀਂ ਸਪੈਸ਼ਲ, ਦੇਖੋ ਆਰਡੀਐਫ ਦੇ ਮਾਮਲੇ 'ਚ ਸਪੈਸ਼ਲ ਸੈਸ਼ਨ ਬੁਲਾਉਣ ਦੀ ਕੋਈ ਲੋੜ ਨਹੀਂ ਹੈ, ਨਾ ਹੀ ਉਹ ਕੋਈ ਪਰਪਸ ਵੀ ਹੱਲ ਹੋਣਾ ਸਾਡੇ ਆਰਡੀਐਫ ਦਾ। ਉਹ ਟੋਟਲ ਪ੍ਰਸ਼ਾਸਨਿਕ ਮਾਮਲਾ ਹੈ, ਸੈਂਟਰ ਗਵਰਨਮੈਂਟ ਔਰ ਸਟੇਟ ਗਵਰਨਮੈਂਟ ਦੇ ਵਿੱਚ ਉਹਦੇ ਨਾਲ ਕੋਈ ਸਰੋਕਾਰ ਨਹੀਂ ਹੈਗਾ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਕੋਈ ਇਹੋ ਜਿਹਾ ਨਿੰਦਾ ਪ੍ਰਸਤਾਵ ਜਾਂ ਪਾਰਿਤ ਕਰਕੇ ਭੇਜੀਏ ਵੀ ਤੁਸੀਂ ਸਾਨੂੰ ਪੈਸੇ ਨਹੀਂ ਦੇ ਰਹੇ। ਉਹ ਪ੍ਰਸ਼ਾਸਨਿਕ ਮਾਮਲਾ ਹੈ ਜੋ ਉਹਨਾਂ ਦੀ ਇਸ ਮਾਮਲੇ 'ਚ ਤਾਂ ਇੰਦਰਪ੍ਰੀਤ ਜੀ ਸਰਕਾਰ ਪਹਿਲਾਂ ਹੀ ਕਹਿ ਚੁੱਕੀ ਵੀ ਅਸੀਂ ਸੁਪਰੀਮ ਕੋਰਟ 'ਚ ਜਾਵਾਂਗੇ। ਹੁਣ ਕਿੰਨੇ ਕੁ ਪੈਂਤੜੇ ਅਖਤਿਆਰ ਕਰਨੇ ਆ, ਉਹਨੂੰ ਇਸ ਤਰੀਕੇ ਨਾਲ ਗਵਰਨਮੈਂਟ ਟੂ ਗਵਰਨਮੈਂਟ ਨਜਿੱਠਣ ਦਾ ਮਨ ਵੀ ਹੈਗਾ। ਭਾਸਕਰ ਸਾਹਿਬ ਕੁਝ ਕਹਿਣਾ ਚਾਹੁੰਦੇ? ਇੱਕ ਟਿੱਪਣੀ ਹੈ। ਹਾਂ, ਮੈਂ ਜਸਟ ਲਾਸਟ ਗੱਲ ਭਾਸਕਰ ਸਾਹਿਬ ਕਹਿ ਦਿੰਦੇ ਇਹਦੇ ਵਿੱਚ ਜਿਹੜਾ 2-4 ਦਿਨ ਪਹਿਲਾਂ ਹੀ ਜਿਹੜੇ ਆਪਣੇ ਹੈਲਥ ਮਿਨਿਸਟਰ ਸਾਹਿਬ ਹੈਗੇ ਆ ਬਲਵੀਰ ਸਿੰਘ, ਉਹਨਾਂ ਨੇ ਇਹ ਕਿਹਾ ਸੀਗਾ ਕਿ ਅਸੀਂ ਸੁਪਰੀਮ ਕੋਰਟ 'ਚ ਜਾਣ ਤੋਂ ਪਹਿਲਾਂ ਜਿਹੜੀਆਂ ਹੋਰ ਮਤਲਬ ਕਿ ਇਹਨੂੰ ਕੀ ਕਹਿੰਦੇ ਆ ਵੀ ਹੋਰ ਵੀ ਜਿਹੜੀਆਂ ਤਰੀਕੇਕਾਰ ਅਪਣਾਏ ਜਾ ਸਕਦੇ ਆ, ਚਾਹੇ ਚਿੱਠੀਆਂ ਲਿਖਣਾ ਗਵਰਨਮੈਂਟ ਨੂੰ, ਚਾਹੇ ਵਿਧਾਨ ਸਭਾ ਦੇ ਵਿੱਚ ਪਾਸ ਕਰਨਾ ਮਤਾ, ਉਹ ਸਾਰੀਆਂ ਚੀਜ਼ਾਂ ਪਹਿਲਾਂ ਹੀ ਕਰ ਲੈਣਾ ਚਾਹੁੰਦੇ ਆ ਤਾਂ ਕਿ ਫਿਰ ਅਸੀਂ ਸੁਪਰੀਮ ਕੋਰਟ ਦੇ ਵਿੱਚ ਇੱਕ ਮਜ਼ਬੂਤ ਕੇਸ ਦੇ ਵਜੋਂ ਨੂੰ ਰੱਖ ਸਕੀਏ ਵੀ ਅਸੀਂ ਦੇਖੋ ਹਰ ਤਰੀਕਾਕਾਰ ਅਪਣਾ ਲਿਆ, ਪਰ ਸੈਂਟਰ ਗਵਰਨਮੈਂਟ ਜਿਹੜਾ ਸਾਡਾ ਸਟੈਚੂਰੀ ਫੰਡ ਹੈ ਇਹ ਵੀ ਸਾਨੂੰ ਨਹੀਂ ਦੇ ਰਹੀ ਹੈ। ਅਸੀਂ ਇਹਨਾਂ ਮਤਿਆਂ ਦੀ ਹੁਣ ਤੱਕ ਦੀ ਸਾਰਥਿਕਤਾ ਬਹੁਤ ਜ਼ਿਆਦਾ ਤਾਂ ਦੇਖਦੇ ਨਹੀਂ। ਇੱਕ ਜਸਟ ਭਰੋਸਾ ਜਿਹਾ ਹੁੰਦਾ ਵੀ ਕਿਸੇ ਵਿਧਾਨ ਸਭਾ ਦੇ ਵਿੱਚ ਕੋਈ ਮਤਾ ਆ ਗਿਆ, ਇਹਨਾਂ ਮਤਿਆਂ ਨੂੰ ਕੌਣ ਮੰਨਦਾ ਜੀ? ਇਹਨਾਂ ਨੂੰ ਤਾਂ ਕਈ ਵਾਰੀ ਗਵਰਨਰ ਨਹੀਂ ਮੰਨਦੇ। ਜੇ ਗਵਰਨਰ ਅੱਗੇ ਭੇਜ ਵੀ ਦੇਣ ਉੱਥੇ ਪਏ ਰਹਿੰਦੇ ਆ, ਪਾਣੀਆਂ ਦੇ ਮਾਮਲੇ 'ਚ ਕੀ ਹੋਇਆ, ਸਾਰੀਆਂ ਗੱਲਾਂ। ਹਾਲਾਂਕਿ ਚਲੋ ਇਹਨਾਂ ਦੀ ਸਾਰਥਿਕਤਾ ਤਾਂ ਹੁੰਦੀ ਹੋਊਗੀ, ਜ਼ਰੂਰ ਹੁੰਦੀ ਹੋਊਗੀ। ਭਾਸਕਰ ਸਾਹਿਬ ਬਹੁਤ ਛੋਟੀ ਟਿੱਪਣੀ ਕਰਿਓ, ਫਿਰ ਮੈਂ ਇੱਕ ਪੰਜਾਬ ਪੁਲਿਸ ਐਕਟ 'ਚ ਤਰਮੀਮ ਦੀ ਜਿਹੜੀ ਅੱਜ ਖਬਰ ਛਪੀ ਉੱਤੇ ਆਪਾਂ ਜਾਣਾ। ਜਿੱਥੇ ਤੱਕ ਗੱਲ ਕਰੀਏ, ਇਹ ਸੈਸ਼ਨ ਨੂੰ ਜਦ ਪਹਿਲੀ ਵਾਰ ਸੁਣਿਆ ਸੀਗਾ ਕਿ ਬੁਲਾਇਆ ਜਾ ਰਿਹਾ 2 ਦਿਨ ਦਾ ਸੈਸ਼ਨ, ਆਰਡੀਐਫ ਦਾ ਤੇ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਜਿਹੜੇ ਰੋਕ ਲਏ ਨੇ ਤੇ ਕੇਂਦਰ ਨੇ, ਉਹਦੇ ਉੱਤੇ ਬੁਲਾਇਆ ਜਾ ਰਿਹਾ ਸੀ। ਹੌਲੇ ਹੌਲੇ ਕਰਕੇ ਇਹਦੇ ਏਜੰਡੇ, ਯਾਨੀ ਅੱਜ ਵੀ ਜਦ ਖਬਰ ਛਪੀ ਹੈ ਤਾਂ ਮੁੱਖ ਮੰਤਰੀ ਕਹਿੰਦੇ ਨੇ ਬੜੀ ਛੇਤੀ ਗਵਰਨਰ ਸਾਹਿਬ ਨੂੰ ਪੂਰਾ ਬਿਜ਼ਨਸ ਜੋ ਵੀ ਉਸ 2 ਦਿਨ ਦੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਹੋਏਗਾ ਉਹ ਏਜੰਡਾ ਭੇਜ ਦਿੱਤਾ ਜਾਏਗਾ। ਤੁਹਾਨੂੰ ਯਾਦ ਹੋਏਗਾ ਜਦ ਵਿਸ਼ਵਾਸ ਮਤ ਹਾਸਿਲ ਕਰਨ ਵਾਸਤੇ ਵੀ ਜਦ ਸੈਸ਼ਨ ਬੁਲਾਉਣ ਦੀ ਇਜਾਜ਼ਤ ਗਵਰਨਰ ਸਾਹਿਬ ਨੂੰ ਪਹਿਲੇ ਮੰਗੀ ਸੀਗੀ ਤੇ ਉਹਨਾਂ ਨੇ ਨਾ ਕੀਤੀ ਸੀ। ਉਹ ਕਹਿੰਦੇ ਸੀ ਬਿਜ਼ਨਸ ਭੇਜੋ, ਕਰਨਾ ਕੀ ਹੈ। ਫਿਰ ਉਸ ਤੋਂ ਬਾਅਦ ਬਿਜ਼ਨਸ ਭੇਜਿਆ ਸੀ, ਉਹਦੇ ਵਿੱਚੋਂ ਸਿਰਫ ਉਹੀ ਮਤਾ ਜਿਹੜਾ ਵਿਸ਼ਵਾਸ ਮਤ ਪ੍ਰਾਪਤ ਕਰਨ ਦਾ ਉਹ ਹਟਾ ਕੇ ਬਾਕੀ ਬਿਜ਼ਨਸ ਭੇਜਿਆ ਸੀ। ਔਰ ਉਸ ਸੈਸ਼ਨ ਦੇ ਵਿੱਚ ਵਿਸ਼ਵਾਸ ਮਤ ਆਪਰੇਸ਼ਨ ਲੋਟਸ ਦੇ ਅਗੇਂਸਟ ਉਹ ਜ਼ਰੂਰ ਲਿੱਤਾ ਸੀਗਾ। ਐਤਕੀ ਹੋਰ ਵੀ ਮੁੱਦੇ ਇਸ ਸੈਸ਼ਨ ਦੇ ਵਿੱਚ ਲਿੱਤੇ ਜਾ ਸਕਦੇ ਆ, ਜਿੱਦਾਂ ਆਰਡੀਨੈਂਸ ਦੇ ਖਿਲਾਫ ਰੈਜ਼ੋਲੂਸ਼ਨ, ਔਰ ਉਹਦਾ ਜ਼ਿਕਰ ਹੁਣੇ ਇੰਦਰਪ੍ਰੀਤ ਉਹਨਾਂ ਵੀ ਕਰਕੇ ਹਟੇ ਨੇ। ਉਸ ਤੋਂ ਇਲਾਵਾ ਪੁਲਿਸ ਐਕਟ ਦੇ ਵਿੱਚ ਕਿਸ ਤਰੀਕੇ ਦਾ ਅਮੈਂਡਮੈਂਟ ਲਿਆਇਆ ਜਾਏ ਕਿ ਗੌਰਵ ਯਾਦਵ ਉਹਨਾਂ ਡੀਜੀਪੀ ਜਿਹੜੇ ਬਤੌਰ ਐਕਟਿੰਗ ਡੀਜੀਪੀ ਕੰਮ ਕਰ ਰਹੇ ਨੇ ਉਹ ਇੱਕ ਪੱਕੇ ਤੌਰ ਤੇ ਡੀਜੀਪੀ ਬਣਾਏ ਜਾ ਸਕਣ। ਗੱਲਾਂ ਤੇ ਹੋਰ ਵੀ ਇਸ ਤਰ੍ਹਾਂ ਦੀ ਬਹੁਤ ਸਾਰੀ ਪ੍ਰਿਵਿਲੇਜ ਮੋਸ਼ਨ ਦੀ ਗੱਲ ਤੁਸੀਂ ਕਰਕੇ ਹਟੇ ਹੋ। ਔਰ ਜਦ ਉਹ ਵਿਸ਼ਵਾਸ ਮਤ ਜਿਹੜਾ ਆਰਡੀਨੈਂਸ ਦੇ ਖਿਲਾਫ ਮਤਾ ਲਿਆਇਆ ਜਾਏਗਾ ਉਹਦੇ ਵਿੱਚ ਕਾਂਗਰਸ ਦਾ ਕੀ ਸਟੈਂਡ ਹੁੰਦਾ, ਅਕਾਲੀ ਦਲ ਦਾ ਕੀ ਸਟੈਂਡ ਹੁੰਦਾ, ਜਾਂ ਫਿਰ ਬੀਜੇਪੀ ਦਾ ਸਟੈਂਡ ਤੇ ਚਲੋ ਸਾਰਿਆਂ ਨੂੰ ਪਤਾ ਹੀ ਹੈ।
ਹੁਣ ਇਸ ਮੁੱਦੇ ਦੇ ਉੱਤੇ ਜਿਹੜੀ ਅੱਜ 11 ਤਰੀਕ ਨੂੰ ਰੈਲੀ ਦਿੱਲੀ ਦੇ ਵਿੱਚ ਹੋ ਰਹੀ ਹੈ, ਉਹ ਹੁਣ ਪੰਜਾਬ ਅਸੈਂਬਲੀ ਦੇ ਸੈਸ਼ਨ ਦੇ ਵਿੱਚ, ਰਾਜ ਸਭਾ ਦੇ ਸੈਸ਼ਨ ਤੋਂ ਪਹਿਲੇ ਉਹ ਇੱਕ ਤਸਵੀਰ ਜੀ ਨਜ਼ਰ ਆਏਗੀ। ਇੰਦਰਪ੍ਰੀਤ ਜੀ, ਜਦੋਂ ਹੁਣ ਆਪਾਂ ਗੱਲ ਨੂੰ ਖਤਮ ਹੀ ਕਰ ਦਈਏ, ਭਾਸਕਰ ਸਾਹਿਬ ਨੇ ਜਿਹੜਾ ਸਵਾਲ ਇਹਨਾਂ ਐਡਰੈਸ ਕਰਨਾ ਸੀ ਉਹ 2 ਲਾਈਨਾਂ ਦੇ ਵਿੱਚ ਅੱਗੇ ਵਧਾ ਹੀ ਦਿੱਤਾ ਹੈ ਕਿ ਵਿਧਾਨ ਸਭਾ ਦੇ ਵਿੱਚ ਐਸੇ ਕਿਸੇ ਐਕਟ ਵਿੱਚ ਤਰਮੀਮ ਦਾ ਬਿੱਲ ਵੀ ਆ ਸਕਦਾ ਨਵੇਂ ਸਿਰਿਓਂ, ਜਿਹੜਾ ਪੰਜਾਬ ਪੁਲਿਸ ਐਕਟ ਆ, ਕਿ ਇਹ ਮੈਨੂੰ ਥੋੜਾ ਜਿਹਾ ਸਮਝਾਓ ਜ਼ਰਾ, ਇਹ ਮਾਮਲਾ ਕੀ ਹੈ? ਕਿਉਂਕਿ ਇੱਥੇ ਤਾਂ ਸੁਪਰੀਮ ਕੋਰਟ ਦਾ ਵੀ ਦਖਲ ਹੈ, ਸੁਪਰੀਮ ਕੋਰਟ ਨੇ ਸਾਫ਼ ਹਦਾਇਤਾਂ ਕੀਤੀਆਂ, UPSC ਦਾ ਦਖਲ ਹੈ, ਸਾਰੇ ਦੇਸ਼ ਲਈ ਇੱਕ SOP ਜਿਹਾ ਬਣਿਆ ਹੋਇਆ, ਔਰ ਹੁਣ ਉਹਦੇ ਵਿੱਚ ਪੰਜਾਬ ਸਰਕਾਰ ਆਪਣੇ ਤੌਰ ਤੇ ਕੋਈ ਸੋਧ ਕਰਦੀ ਹੈ ਤਾਂ ਕੀ ਇਹ ਚੈਲੰਜ ਵੀ ਹੋ ਸਕਦਾ? ਸੋ ਜਿਹੜਾ ਕੋਈ ਵਿਧਾਨ ਸਭਾ 'ਚ ਇਸ ਤਰ੍ਹਾਂ ਦਾ ਪੰਜਾਬ ਪੁਲਿਸ ਐਕਟ ਦੇ ਵਿੱਚ ਤਰਮੀਮ ਦਾ ਕੋਈ ਆਵੇ ਮਤਾ, ਤੁਹਾਨੂੰ ਲੱਗਦਾ ਹੈ ਕਿ ਉਹ ਅੱਗੇ ਕੱਲ ਨੂੰ ਟਿਕ ਪਾਊਗਾ ਜਾਂ ਉਹਨੂੰ ਚੈਲੰਜ ਨਹੀਂ ਕੀਤਾ ਜਾਊਗਾ? ਦੇਖੋ, ਮੇਰਾ ਖਿਆਲ ਨਹੀਂ ਹੈ ਕਿ ਰੰਧਾਵਾ ਸਾਹਿਬ ਇਹ ਟਿਕੇਗਾ ਮਾਮਲਾ, ਕਿਉਂਕਿ ਮੈਨੂੰ ਐਂ ਲੱਗ ਰਿਹਾ ਹੈ ਕਿ ਅਗਰ ਇਹ ਤਰਮੀਮ ਕਰਨ ਤੋਂ ਪਹਿਲਾਂ ਜਿਹੜਾ ਇਹ ਪੁਲਿਸ ਐਕਟ 2007 ਬਣਿਆ ਹੈ, ਅਗਰ ਵਿਧਾਨ ਸਭਾ ਦੀ ਉਹ ਪ੍ਰੋਸੀਡਿੰਗ ਹੀ ਘੱਟੋ ਘੱਟ ਸਰਕਾਰ ਪੜ੍ਹ ਲੇ, ਧਿਆਨ ਨਾਲ ਪੜ੍ਹ ਲੇ, ਤਾਂ ਮੈਨੂੰ ਲੱਗਦਾ ਕਿ ਉਹ ਇਹਦਾ ਹੱਲ ਉੱਥੇ ਹੀ ਪਿਆ ਸੀ। ਤੁਹਾਨੂੰ ਯਾਦ ਹੋਊਗਾ ਕਿ ਇਹ ਮਸਲਾ ਜਿਹੜਾ ਹੈਗਾ, ਸੁਪਰੀਮ ਕੋਰਟ ਨੇ ਇੱਕ ਪ੍ਰਕਾਸ਼ ਸਿੰਘ ਵਰਸਸ ਗਵਰਨਮੈਂਟ ਆਫ ਇੰਡੀਆ ਇੱਕ ਫੈਸਲਾ ਕੀਤਾ ਸੀਗਾ, ਤੇ ਉਹਨਾਂ ਨੇ ਉਦੋਂ ਕਿਹਾ ਸੀ ਵੀ ਪੁਲਿਸ ਐਕਟ ਜਿਹੜੇ ਹੈਗੇ ਬਹੁਤ ਪੁਰਾਣੇ ਹੋ ਚੁੱਕੇ ਆ ਔਰ ਉਹਨਾਂ ਨੂੰ ਨਵੇਂ ਸਿਰੇ ਤੋਂ ਬਦਲਣ ਦੀ ਲੋੜ ਹੈ। ਤਾਂ ਪ੍ਰਕਾਸ਼ ਸਿੰਘ ਜਿਹੜੇ ਫਾਰਮਰ DGP ਨੇ UP ਦੇ, ਉਹਨਾਂ ਨੇ ਇਹ ਕੇਸ ਪਾਇਆ ਸੀ ਤੇ ਉਹਦੇ ਅਨੁਸਾਰ ਫਿਰ ਉਹਨਾਂ ਨੇ ਇੱਕ ਡਰਾਫਟ ਵੀ ਦਿੱਤਾ ਸੀਗਾ ਬਣਾ ਕੇ, ਉਹਦੇ ਅਨੁਸਾਰ ਹੀ ਸਾਰੇ ਜਿਹੜੇ ਹੈਗੇ ਆ ਇਹ ਪੁਲਿਸ ਐਕਟ ਬਣੇ ਸੀ, ਸਾਰੀਆਂ ਸਟੇਟਾਂ ਨੇ ਪਾਸ ਕੀਤਾ ਸੀ, ਜਿਹਦੇ ਵਿੱਚ SSP ਦੀ, SHO ਦੀ ਔਰ DGP ਦੀ, ਇਹਦੀਆਂ ਜਿਹੜੀਆਂ ਤਿੰਨਾਂ ਦੀਆਂ ਨਿਯੁਕਤੀਆਂ ਨੂੰ ਕੁਝ ਸਮੇਂ ਲਈ ਸਥਾਈ ਕਰਨ ਦੀ ਗੱਲ ਕੀਤੀ ਸੀ ਵੀ ਇਹ ਤਾਂ ਇੰਨਾ ਕੁ ਟਾਈਮ ਤਾਂ ਇਹਨਾਂ ਨੂੰ ਘੱਟੋ ਘੱਟ ਪਰਫਾਰਮ ਕਰਨ ਵਾਸਤੇ ਦਿੱਤਾ ਹੀ ਜਾਣਾ ਚਾਹੀਦਾ ਹੈ। ਉਸੇ ਟਾਈਮ ਜਦੋਂ ਪੰਜਾਬ ਦੇ ਵਿੱਚ ਇਹ ਐਕਟ ਪਾਸ ਕੀਤਾ ਗਿਆ, ਸੁਖਬੀਰ ਬਾਦਲ ਮੈਨੂੰ ਯਾਦ ਹੈ ਉਦੋਂ ਹੋਮ ਮਿਨਿਸਟਰ ਸੀਗੇ, ਉਦੋਂ ਜਦੋਂ ਇਹ ਐਕਟ ਲੈ ਕੇ ਆਏ ਸੀਗੇ, ਇਸ ਐਕਟ ਦੇ ਉੱਤੇ ਘੱਟੋ ਘੱਟ ਨਹੀਂ ਤਾਂ 3 ਤੋਂ 4 ਘੰਟੇ ਬਹਿਸ ਹੋਈ ਔਰ ਕਮਾਲ ਦੀ ਗੱਲ ਇਹ ਸੀਗੀ ਕਿ ਸਾਰੀ ਵਿਧਾਨ ਸਭਾ ਟੋਟਲ, ਚਾਹੇ ਉਹ ਚ ਵਿਰੋਧੀ ਧਿਰਾਂ ਸੀਗੀਆਂ, ਚਾਹੇ ਉਸ ਚ ਸੱਤਾ ਪਕਸ਼ ਦੇ ਵਿਧਾਇਕ ਸੀਗੇ, ਚਾਹੇ ਉਹਨਾਂ ਦੇ ਗਠਜੋੜ ਸਾਥੀ ਸੀਗੇ, ਕਿਸੇ ਇੱਕ ਵੀ ਵਿਧਾਇਕ ਨੇ ਇਸ ਪੁਲਿਸ ਐਕਟ ਦੀਆਂ ਇੰਨਾ ਹੀ ਧਾਰਾਵਾਂ ਤੇ ਵੀ DGP ਦੀ ਨਿਯੁਕਤੀ, SSP ਦੀ ਨਿਯੁਕਤੀ ਜਾਂ XSP ਨੂੰ ਹਟਾਉਣਾ, ਇਹ ਸਾਰੀਆਂ ਗੱਲਾਂ ਉਹਦੇ ਵਿੱਚ ਸੀਗੀਆਂ ਤੇ ਉਹਨਾਂ ਨੇ ਕਿਹਾ ਸੀ ਵੀ ਇਹਨੂੰ ਇੰਨੀ ਜਲਦੀ ਪਾਸ ਕਰਨ ਦੀ ਲੋੜ ਨਹੀਂ ਹੈ, ਇਹਨੂੰ ਸਿਲੈਕਟ ਕਮੇਟੀ ਨੂੰ ਦਿੱਤਾ ਜਾਏ ਤਾਂ ਕਿ ਇਹਦੇ ਤੇ ਚੰਗੀ ਬਹਿਸ ਹੋਵੇ, ਬਹਿਸ ਤੋਂ ਬਾਅਦ ਇਹ ਪਾਸ ਕੀਤਾ ਜਾਏ। ਰਾਤੀ 8, 8:30 ਵਜੇ ਤੱਕ ਇਹ ਬਹਿਸ ਚੱਲਦੀ ਰਹੀ, ਪਰ ਸਰਕਾਰ ਨੇ ਆਪਣੇ ਬਹੁਮਤ ਨਾਲ ਇਹਨੂੰ ਪਾਸ ਕਰਤਾ। ਦੇਖੋ, ਅੱਜ ਅਸੀਂ ਉਸੇ, ਠੀਕ ਹੈ ਕਿ ਉਹਨਾਂ ਦਿਨਾਂ 'ਚ ਕਈ ਵਾਰ ਹੋਰ ਤਰਮੀਮਾਂ ਵੀ ਆਈਆਂ ਨੇ ਵਿੱਚ, ਪਰ ਮੇਨ ਤਰਮੀਮ ਹੁਣ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਹੈ DGP ਦੀ ਨਿਯੁਕਤੀ। DGP ਦੀ ਨਿਯੁਕਤੀ ਪੂਰੀ ਤਰ੍ਹਾਂ ਸੁਪਰੀਮ ਕੋਰਟ ਨੇ UPSC ਦੇ ਹਵਾਲੇ ਕਰਤੀ ਹੈ ਕਿ UPSC ਨੂੰ ਤੁਸੀਂ ਪੈਨਲ, ਇੱਕ ਸੂਚੀ ਭੇਜੋਗੇ ਤੇ ਉਹਦੇ ਵਿੱਚੋਂ ਉਹ 3 ਦਾ ਇੱਕ ਪੈਨਲ ਬਣਾ ਕੇ ਸਰਕਾਰ ਨੂੰ ਭੇਜੇਗਾ ਤੇ ਸਰਕਾਰ ਉਹਦੇ ਵਿੱਚੋਂ ਇੱਕ, ਜਿਹੜਾ ਮੁੱਖ ਮੰਤਰੀ ਹੈ, ਉਹ ਇੱਕ DGP, ਕਿਸੇ ਵੀ ਇੱਕ ਵਿਅਕਤੀ ਨੂੰ DGP ਨਿਯੁਕਤ ਕਰ ਸਕਦੇ ਆ ਤੇ ਉਹਨਾਂ ਨੂੰ ਇੱਕ ਫਿਰ ਖਾਸ ਜਿਹੜੀ ਟਰਮ ਹੈ ਉਹ ਜ਼ਰੂਰ ਦਿੱਤੀ ਜਾਏ। ਸੋ ਇਹ ਚੀਜ਼ਾਂ ਅੱਜ ਅਸੀਂ ਦੁਬਾਰਾ ਡਿਸਕਸ ਕਰ ਰਹੇ ਹਾਂ ਕਿਉਂਕਿ ਫਿਰ ਆਈ ਗਈਆਂ। ਸਾਡੀ ਸਭ ਤੋਂ ਵੱਡੀ ਖਾਮੀ ਰੰਧਾਵਾ ਸਾਹਿਬ ਇਹ ਹੈ ਕਿ ਜਦੋਂ ਵਿਧਾਨ ਸਭਾ 'ਚ ਇਸ ਕਿਸਮ ਦੇ ਐਕਟ ਆਉਂਦੇ ਆ, ਨਾ ਤਾਂ ਸਾਡੇ ਵਿਧਾਇਕ ਕੋਈ ਕੋਸ਼ਿਸ਼ ਕਰਦੇ ਕਿ ਅਸੀਂ ਇਹਨੂੰ ਚੰਗੀ ਤਰ੍ਹਾਂ ਪੜ੍ਹੀਏ, ਕਿਉਂਕਿ ਇਹ ਐਕਟ ਸੇਮ ਡੇ ਹੀ ਸਰਕਾਰਾਂ ਪੇਸ਼ ਕਰ ਦਿੰਦੀਆਂ ਨੇ ਵੀ ਜਿਵੇਂ ਅੱਜ ਸੈਸ਼ਨ ਹੈ ਤੇ ਸਵੇਰੇ ਹੀ ਉਹਨਾਂ ਦੀ ਮਾਰਨਿੰਗ ਜਿਹੜੀ ਮੀਟਿੰਗ ਹੋਊਗੀ ਉਹਦੇ ਵਿੱਚ ਹੀ ਬਿਜ਼ਨਸ ਦੇ ਵਿੱਚ ਪਾ ਦਿੰਦੇ ਆ ਵੀ ਫਲਾਣਾ ਐਕਟ ਆ ਰਿਹਾ। ਤੇ ਐਕਟ ਦੀ ਜਿਹੜੀ ਕਿ ਕੋਈ ਵੀ ਵਿਧਾਇਕ, ਮੈਨੂੰ ਨਹੀਂ ਲੱਗਦਾ ਇੰਨਾ ਜ਼ਿਆਦਾ ਪਰਫੈਕਟ ਹੁੰਦਾ ਹੈ ਕਿ ਉਹ ਸਾਰੀ ਐਕਟ ਦੀ ਇੱਕ ਇੱਕ ਧਾਰਾ ਨੂੰ ਪੜ੍ਹ ਕੇ ਉਸ ਦੇ ਉੱਤੇ ਕੋਈ ਗੱਲ ਕਰ ਸਕਦੇ, ਉਹਨਾਂ ਨੂੰ ਟਾਈਮ ਹੀ ਨਹੀਂ ਮਿਲਦਾ। ਇਸ ਕਰਕੇ ਕਈ ਵਾਰੀ ਇਹ ਮੰਗਾਂ ਉੱਠ ਚੁੱਕੀਆਂ ਨੇ ਕਿ ਤੁਸੀਂ ਇਹਨੂੰ ਟਾਈਮਲੀ ਸੈਸ਼ਨ ਸ਼ੁਰੂ ਹੋਣ ਤੋਂ ਕਾਫੀ ਦਿਨ ਪਹਿਲਾਂ ਹੀ ਭੇਜ ਦਿਆ ਕਰੋ, ਕਿਉਂਕਿ ਜਿਹੜੇ ਐਕਟ ਨੇ, ਹਮੇਸ਼ਾ ਬਿੱਲ ਨੇ ਜਿਹੜੇ, ਉਹ ਹਮੇਸ਼ਾ ਲਾਸਟ ਦਿਨ ਚ ਆਉਂਦੇ ਨੇ। ਜੇ ਤੁਸੀਂ ਪਹਿਲਾਂ ਦੇ ਦਿਓ 6, 7, 8 ਦਿਨ ਸਾਡੇ ਕੋਲ ਮਤਲਬ ਕੰਮ ਕਰਨ ਨੂੰ ਬਣ ਜਾਣਗੇ, ਅਸੀਂ ਜਿਹੜੇ ਮਤਲਬ ਐਕਸਪਰਟਸ ਨੇ ਉਹਨਾਂ ਨਾਲ ਗੱਲ ਕਰ ਲਾਂਗੇ। ਫਿਰ ਦੂਜੀ ਗੱਲ, ਜਦੋਂ ਇਹਨਾਂ ਤੇ ਬਹਿਸ ਹੁੰਦੀ ਹੈ, ਜੇ ਮੰਨ ਲਓ ਕੋਈ ਇਹੋ ਜਿਹੇ ਸਿਆਣੇ ਵਿਧਾਇਕ ਕੁਝ ਹੈਗੇ ਨੇ ਜਿਹੜੇ ਇਹਨਾਂ ਤੇ ਗੱਲ ਕਰਦੇ ਨੇ ਜਾਂ ਜਿਹੜੀ ਸੰਸ਼ੋਧਨ ਪੇਸ਼ ਕਰਦੇ ਨੇ, ਕਦੇ ਵੀ ਉਹ ਇਨਕੋਰਪੋਰੇਟ ਨਹੀਂ ਹੁੰਦੇ ਅਗਰ ਉਹ ਸਰਕਾਰ ਨੂੰ ਪਸੰਦ ਨਹੀਂ ਹੈਗੇ ਤਾਂ। ਸੋ ਇਹ ਸਾਰੀਆਂ ਚੀਜ਼ਾਂ ਨੇ
ਜਿਹਦੇ ਕਰਕੇ ਅਸੀਂ ਦੁਬਾਰਾ ਇਸ ਮੁੱਦੇ ਤੇ ਖੜੇ ਹਾਂ। ਮੈਨੂੰ ਨਹੀਂ ਲੱਗਦਾ ਕਿ ਜਦੋਂ ਇਹ ਕਿਉਂਕਿ ਇਹ ਸੁਪਰੀਮ ਕੋਰਟ ਦੀ ਹਦਾਇਤਾਂ ਦੇ ਉੱਤੇ ਬਣਿਆ ਹੋਇਆ ਐਕਟ ਹੈ, ਮੈਨੂੰ ਨਹੀਂ ਲੱਗਦਾ ਕਿ ਕਿਸੇ ਸਟੇਟ ਗਵਰਨਮੈਂਟ ਕੋਲੇ ਇਹ ਰਾਈਟ ਹੈ ਕਿ ਉਹ ਇਹਨੂੰ ਆਪਣੇ ਤੌਰ ਤੇ ਨਿਯੁਕਤੀ ਨੂੰ ਚੇਂਜ ਕਰ ਦੇ। ਇਹ ਜ਼ਰੂਰ ਐਕਟ ਜਿਹੜਾ ਹੈਗਾ ਜਾਂ ਤਾਂ ਗਵਰਨਰ ਹੀ ਪਾਸ ਨਹੀਂ ਕਰੇਗਾ, ਪਹਿਲੀ ਗੱਲ ਤਾਂ ਇਹ ਹੈ ਸ਼ਾਇਦ ਇਹ ਗਵਰਨਰ ਦੀ ਬਜਾਏ ਰਾਸ਼ਟਰਪਤੀ ਨੂੰ ਜਾਏਗਾ, ਤੇ ਰਾਸ਼ਟਰਪਤੀ ਉੱਤੇ ਮੈਨੂੰ ਨਹੀਂ ਲੱਗਦਾ ਕਿ ਇਸ ਤੇ ਮੋਹਰ ਲਗਾਉਣਗੇ। ਰਾਸ਼ਟਰਪਤੀ ਇਹਨੂੰ ਸੁਪਰੀਮ ਕੋਰਟ ਵੱਲ ਵੀ ਭੇਜ ਸਕਦੇ ਆ ਜੇ ਕੋਈ ਇਸ ਤਰ੍ਹਾਂ ਦੀ ਸੰਭਾਵਨਾ ਬਣਦੀ ਹੈ। ਪਰ ਮੈਂ ਇਹਦੇ 'ਚ ਆਖਰੀ ਗੱਲ ਕਰਕੇ ਗੱਲ ਖਤਮ ਕਰ ਦੇਵਾਂਗਾ, ਕਿਉਂਕਿ ਸਮੇਂ ਦੀ ਸੀਮਾ ਅਸੀਂ ਉਲੰਘ ਆਏ ਆ। ਉਹਦੇ ਵਿੱਚ ਇਹ ਹੈ ਕਿ ਨਾ ਤਾਂ ਸਾਡੀਆਂ ਸਰਕਾਰਾਂ ਚਾਹੁੰਦੀਆਂ ਕਿ ਕੋਈ ਇਸ ਤਰ੍ਹਾਂ ਦੇ ਨੋਰਮਸ ਬਣਨ, ਕਿਉਂਕਿ ਉਹਨਾਂ ਨੇ ਆਪਣੇ ਮਨ ਭਾਉਂਦੇ ਅਫਸਰ ਲਾਉਣੇ ਹੁੰਦੇ ਆ। ਨਾ ਸਾਡੇ ਐਮਐਲਏ ਚਾਹੁੰਦੇ ਆ, ਕਿਉਂਕਿ ਸੱਤਾਧਾਰੀ ਅਕਸਰ ਆਪਣੇ ਐਸਐਸਪੀ ਡੀਆਈਜੀ ਤੱਕ ਅੱਜ ਕੱਲ 5-4 ਐਮਐਲਏ ਰਲ ਕੇ ਜਾਂ 2 ਮੰਤਰੀ ਰਲ ਕੇ ਸਰਕਾਰਾਂ ਤੋਂ ਕਰਾ ਲੈਂਦੇ ਵੀ ਜੇ ਇਲੈਕਸ਼ਨਾਂ ਜਿੱਤਣੀਆਂ ਤੇ ਫਲਾਣਾ ਬੰਦਾ ਸਾਨੂੰ ਦਿਓ। ਐਸਐਚਓ ਤੇ ਡੀਐਸਪੀ ਦੀ ਨਿਯੁਕਤੀ ਆ ਉਹ ਤਾਂ ਨਰੋਲ ਹਲਕਿਆਂ ਦੇ ਪੱਧਰ ਦੇ ਉੱਤੇ ਹੋ ਗਈ ਨਾ, ਵੀ ਜਿਹੜਾ ਤੁਹਾਨੂੰ ਵਾਰਾ ਖਾਂਦਾ ਆਪਣਾ ਉਹ ਲਾ ਲਓ। ਕਰਾਉਣਾ ਕੀ ਆ ਦੱਸੋ? ਗੱਲ ਤਾਂ ਅਮਨ ਕਾਨੂੰਨ ਦੀ ਹੈ। ਕੀ ਤੁਸੀਂ ਨਜਾਇਜ਼ ਪਰਚੇ ਕਰਾਉਣੇ ਆ? ਕੀ ਤੁਸੀਂ ਗਲਤ ਗੈਰ ਕਾਨੂੰਨੀ ਕੰਮ ਕਰਾਉਣੇ? ਸੋ ਸਾਰੇ ਜਿੰਨੇ ਵੀ ਐਮਐਲਏ ਹੋਣਗੇ ਉਹਨਾਂ ਦਾ ਯਤਨ ਤਾਂ ਹੋਊਗਾ ਜੇ ਇਦਾਂ ਦਾ ਕੋਈ ਆਉਂਦਾ ਤੇ ਉਹਦੇ ਤੇ ਸੋਧ ਹੋ ਜੇ। ਸਰਕਾਰਾਂ ਨੂੰ ਵੀ ਵਾਰਾ ਖਾਂਦਾ, ਪਰ ਨੋ ਡਾਊਟ ਇਹ ਅੱਗੇ ਜਾ ਕੇ ਟਿਕਣ ਵਾਲਾ ਨਹੀਂ। ਹਾਲਾਂਕਿ ਪਿਛਲੇ ਦਿਨਾਂ 'ਚ ਪੁਲਿਸ ਦੀ ਕਾਰਗੁਜ਼ਾਰੀ ਦੇ ਵਿੱਚ ਕਾਫੀ ਅਸੀਂ ਸਰਗਰਮੀ ਦੇਖ ਰਹੇ ਹਾਂ ਔਰ ਕਾਫੀ ਚੀਜ਼ਾਂ ਦੇ ਉੱਤੇ ਐਕਟਿਵ ਨਜ਼ਰ ਆ ਰਹੀ ਹੈ। ਖੈਰ, ਆਪਾਂ ਆਖਰੀ ਗੱਲ ਮੈਂ ਇੱਕ ਜਸਟ 30 ਸੈਕਿੰਡ 'ਚ ਖਤਮ ਕਰ ਦੂੰਗਾ ਕਿ ਸਾਡੀ ਅੱਜ ਨਜ਼ਰ ਬਣੀ ਰਹੇਗੀ ਰਾਮਲੀਲਾ ਮੈਦਾਨ ਦੇ ਉੱਤੇ। ਕੇਜਰੀਵਾਲ ਸਾਹਿਬ ਆਪਣੇ ਆਪ ਨੂੰ ਸਾਬਤ ਕਿਵੇਂ ਕਰਦੇ ਆ, ਉਹਨਾਂ ਨੂੰ ਦੇਸ਼ ਭਰ ਚੋਂ ਕਿੰਨੇ ਲੋਕਾਂ ਦਾ ਸਮਰਥਨ ਮਿਲਦਾ, ਕਿੰਨੀਆਂ ਪਾਰਟੀਆਂ ਦੇ ਲੀਡਰ ਉਹਨਾਂ ਦੇ ਮੰਚ ਤੇ ਆਉਂਦੇ ਆ, ਉਹ ਆਪਣੇ ਦਮ ਤੇ ਕਿੰਨਾ ਕੁ ਦਿੱਲੀ ਚੋਂ ਇਕੱਠ ਕਰ ਪਾਉਂਦੇ ਆ, ਕਿੰਨੇ ਲੋਕ ਆਪ ਮੁਹਾਰੇ ਉਹਨਾਂ ਦੀ ਇਸ ਰੈਲੀ 'ਚ ਆ ਜਾਂਦੇ ਆ। ਇਹ ਸਮਰਥਨ ਉਹਨਾਂ ਨੂੰ ਵੱਡਾ ਵੀ ਕਰ ਸਕਦਾ, ਉਹਨਾਂ ਨੂੰ ਛੋਟਾ ਵੀ ਕਰ ਸਕਦਾ। ਬਰੀਕ ਨਜ਼ਰ ਨਾਲ ਇਹਦੇ ਉੱਤੇ ਮੀਡੀਆ ਨਜ਼ਰ ਰੱਖੂਗਾ, ਕਿਉਂਕਿ ਦਿੱਲੀ ਦਾ ਮਾਮਲਾ ਹੈ। ਤੇ ਦਿੱਲੀ ਦਾ ਮਾਮਲਾ ਹੋਣ ਕਰਕੇ ਜੇ ਬਹੁਤ ਵੱਡਾ ਰਾਲਾ ਹੋ ਗਿਆ ਤਾਂ ਫਿਰ ਮੇਰੇ ਖਿਆਲ ਸ਼ਾਇਦ ਕੈਮਰੇ ਜਿਹੜੇ ਆ ਉਹ ਬੰਦ ਵੀ ਹੋ ਜਾਣਗੇ, ਤੇ ਜੇਕਰ ਛੋਟਾ ਹੋਇਆ ਤੇ ਫਿਰ ਤੇ ਉਹ ਸਾਰਾ ਦਿਨ ਰੌਲਾ ਚੀਕ ਝਾੜਾ ਪਾਉਣਗੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।